ਬਾਅਦ ਚੋਂ ਰਾਤ 10 ਵਜੇ ਤੱਕ ਉਹ ਮਸੀਹ ਅਲੈਹਿਸਲਾਮ ਦੀਆਂ ਫੋਟੋਆਂ ਲਾ ਕੇ ਤੇ ਜੁੱਤੀਆਂ ਰੱਖ ਕੇ ਬੈਠੇ ਹੁੰਦੇ ਨੇ। ਗੁਸਤਾਖੀ ਮਸੀਹ ਅਲੈਹਿਸਲਾਮ ਦੀ ਹੋ ਰਹੀ, ਅਮਰ ਨਜ਼ੀਰ ਦੀ ਨਹੀਂ ਹੋ ਰਹੀ। ਉਹ ਤੇ ਹੈ ਹੀ ਗੰਦਾ। ਉਹ ਤਾਂ ਖੁਦ ਮੂੰਹੋਂ ਇੱਕ ਬਰਾੜ ਤੇ ਬਹਿ ਕੇ ਇਕਰਾਰ ਕਰ ਰਿਹਾ ਸੀ ਕਿ ਮੈਂ ਹਲਫ ਕਿਉਂ ਦੇਵਾਂ, ਮੈਂ ਦੁਨੀਆ ਦਾ ਕਿਹੜਾ ਗੰਦਾ ਕੰਮ ਨਹੀਂ ਕੀਤਾ, ਮੈਂ ਢੂਹੀ ਮਰਵਾਈ ਹੈ, ਮੈਂ ਢੂਹੀ ਮਾਰੀ ਵੀ ਹੈ। ਅਲੀ ਅਕਬਰ ਭਾਈ ਮਸਲੇ ਇਹਨਾਂ ਦੇ ਜਨਾਬ ਜੀ ਪਤਾ ਨਹੀਂ ਕਿਦੋਂ ਤੋਂ ਤੇ ਕਿਸ ਤਰ੍ਹਾਂ ਜਨਾਬ ਜੀ ਆਪਣੇ ਪਰਸਨਲ ਮਸਲੇ ਨੇ ਜਨਾਬ ਜੀ, ਤੇ ਇੱਥੇ ਟਿਕਟੋਕ ਤੇ ਲਿਆਣ ਕੇ ਜਨਾਬ ਜੀ ਇਹ ਕੰਮ ਕਰਵਾ ਰਹੇ। ਠੀਕ ਹੈ, ਇਹ ਪਰਸਨਲ ਮਸਲੇ ਨੇ ਪਹਿਲਾਂ ਦੇ, ਕਿਤੇ ਸਾਡੇ ਤੋਂ ਵੀ ਪਹਿਲਾਂ ਦੇ। ਠੀਕ ਹੈ, ਤੇ ਸਾਡੇ ਬੰਦੇ ਜਿਹੜੇ ਮੁੰਡੇ ਖੁੰਡੇ ਜਿਹੜੇ ਉਹ ਵੀ ਵਿੱਚ ਮਤਲਬ ਇਸੇ ਚੱਕਰ 'ਚ ਚੱਲ ਪਏ ਨੇ। ਕੁਛ ਜਿਹੜਾ ਨਾ ਇਹਨਾਂ ਨੂੰ ਖਿਆਲ ਕਰਨਾ ਚਾਹੀਦਾ ਯਾਰ। ਉਹ ਹੀ ਨਾ, ਉਹ ਨਹੀਂ ਉਹ ਵੇਖਣਾ ਹੁਣੇ ਮੈਨੂੰ ਫੋਨ ਆਉਣਗੇ ਇੱਧਰੋਂ ਉੱਧਰੋਂ ਕਿ ਤੂੰ ਜਨਾਬ ਉਹਨਾਂ ਦੇ, ਹਾਲਾਂਕਿ ਮੈਂ ਕੋਈ ਗਲਤ ਗੱਲ ਨਹੀਂ, ਕਿ ਸਾਰੇ ਗਵਾਹ 500 ਬੰਦਾ ਸਾਹਮਣੇ ਸੁਣ ਰਿਹਾ, 500 ਪਿੱਛੇ ਸੁਣ ਰਿਹਾ, 1000 ਬੰਦਾ ਸੁਣ ਰਿਹਾ। ਮੈਂ ਨਾਸਰ ਬੱਟ ਸਾਹਿਬ ਦੇ ਖਿਲਾਫ ਕੋਈ ਗੱਲ ਨਹੀਂ ਕਰੀ, ਕਿ ਮੈਨੂੰ ਯਕੀਨ ਕਰੋ ਬਾਅਦ ਚੋਂ ਆਣੇ ਨੇ ਸ਼ਾਮੀ ਇਹਨਾਂ ਨੇ ਕਹਿਣਾ ਤੂੰ ਉੱਥੇ ਬਹਿ ਗੱਲ, ਮੈਂ ਕਿਹੜੀ ਗਲਤ ਗੱਲ ਕੀਤੀ? ਕੋਈ ਬੰਦਾ, ਮੈਂ ਇਹੀ ਕਹਿ ਰਿਹਾ ਕਿ ਯਾਰ ਤੁਹਾਡੀ ਇਸ ਵਜ੍ਹਾ ਨਾਲ ਮਸੀਹ ਅਲੈਹਿਸਲਾਮ ਦੀ ਤੋਹੀਨ ਹੁੰਦੀ ਹੈ, ਗੁਸਤਾਖੀਆਂ ਹੁੰਦੀਆਂ ਨੇ, ਤੁਸੀਂ ਛੱਡ ਦਿਓ, ਅੱਲਾ ਦਾ ਨਾਂ 'ਚ ਛੱਡ ਦਿਓ। ਲੇਕਿਨ ਇਹਨਾਂ ਨੇ ਬਜਾਏ ਛੱਡਣ ਦੇ ਮੈਨੂੰ ਕਹਿਣਾ ਕਿ ਹਾਂਜੀ ਇਹਨੇ ਗੱਲ ਕਿਉਂ ਕੀਤੀ, ਇਹਨਾਂ ਨੇ ਕਿਹਾ ਭਾਵੇਂ ਮੇਰੀ ਫੋਟੋ ਟੰਗੀ ਹੋਵੇ। ਨਹੀਂ ਟੰਗਦੇ ਇਨਸ਼ਾਅੱਲਾ, ਅੱਲਾ ਖੈਰ ਕਰੇਗਾ। ਮੈਂ ਫਿਰ ਉਹੀ ਮੌਕਫ ਦਵਾਂਗਾ ਆਪਣਾ, ਮੈਂ ਉਸ ਮੌਕਫ ਉੱਤੇ ਕਾਇਮ ਆ। ਅਗਰ ਅਖਲਾਕੀ ਤੌਰ ਤੇ ਤੁਸੀਂ ਵੇਖਦੇ ਹੋ ਤਾਂ ਗਲਤ ਗੱਲ ਹੈ, ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਇਲਮੀ ਲਾਈਵ ਲਾਉਣੀ ਚਾਹੀਦੀ ਹੈ। ਠੀਕ ਹੈ, ਵਿੱਚ ਸ਼ੁਗਲ ਜਿਵੇਂ ਅਸੀਂ ਵੀ ਲਾ ਲੈਂਦੇ, ਅਸੀਂ ਵੀ ਕਹਿ ਲੈਂਦੇ ਹਾਂ, ਕਹਿ ਲੈਣਾ ਚਾਹੀਦਾ ਹੈ। ਅਗਰ ਇੱਜ਼ਤ ਦੇਖਦੇ ਹੋ ਕਿ ਯਾਰ ਅਸੀਂ ਹਜ਼ਰਤ ਮਸੀਹ ਮਊਦ ਅਲੈਹਿਸਸਲਾਤੁ ਵਸਲਾਮ, ਅਗਰ ਸਾਡੀ ਵਜ੍ਹਾ ਤੋਂ ਹੋ ਰਿਹਾ ਇਹ ਕੰਮ ਹਜ਼ਰਤ ਮਸੀਹ ਮਊਦ ਅਲੈਹਿਸਸਲਾਤੁ ਵਸਲਾਮ ਦੇ ਨਾਲ, ਜਾਂ ਉਹਨਾਂ ਦੀ ਜਮਾਤ ਦੇ ਨਾਲ, ਜਾਂ ਉਹਨਾਂ ਦੇ ਕਿਸੇ ਵੀ ਖਲੀਫਾ ਦੇ ਨਾਲ, ਤੇ ਇਹਨਾਂ ਨੂੰ ਹਟ ਜਾਣਾ ਚਾਹੀਦਾ ਹੈ। ਠੀਕ ਹੈ, ਅਗਰ ਇਹ ਗੱਲ ਇੱਥੇ ਖ਼ਤਮ ਹੋ ਗਈ। ਲੇਕਿਨ ਮੈਨੂੰ ਇਹ ਪਤਾ ਹੈ ਕਿ ਦੁਸ਼ਮਣ ਇਤਨਾ ਗੰਦਾ ਹੈ ਨਾ, ਇਤਨਾ ਗਲੀਜ਼ ਦੁਸ਼ਮਣ ਹੈ ਨਾ, ਖਾਸ ਤੌਰ 'ਤੇ ਇਹ ਆਮਰ ਨਜ਼ੀਰ, ਇਹ ਨਹੀਂ ਬਾਜ਼ ਆਉਣ ਲੱਗਾ, ਇਹ ਕਦੀ ਵੀ ਨਹੀਂ ਬਾਜ਼ ਆਏਗਾ। ਇਹਦੇ ਨਾਲ ਕਦੀ ਤੁਸੀਂ ਅਲੀ ਅਕਬਰ ਸਾਹਿਬ ਤੁਸੀਂ ਵੀ ਜਾ ਕੇ ਕਦੀ ਪਿਆਰ ਨਾਲ ਵੀ ਗੱਲ ਕਰ ਲਓ ਨਾ, ਮੈਂ ਇਹਦੇ ਨਾਲ ਪਿਆਰ ਨਾਲ ਇੱਕਦਮ ਬੜੇ ਸਕੂਨ ਦੇ ਨਾਲ ਗੱਲ ਕੀਤੀ। ਲੇਕਿਨ ਇਹ ਇਤਨਾ ਇਹਨੂੰ ਕੋਈ ਸਾੜ ਪਿਆ ਜਾਂ ਅੰਦਰ ਕੋਈ ਭਾਂਬੜ ਇਹਦੇ ਬਲਿਆ ਕਿ ਯਾਰ ਮੈਂ ਹਜ਼ਰਤ ਮਸੀਹ ਮਊਦ ਕਿਉਂ ਕਹਿ ਰਿਹਾ ਜਾਂ ਮੈਂ ਇਮਾਮ ਮਹਿਦੀ ਕਿਉਂ ਕਹਿ ਰਿਹਾ, ਇਹਨੇ ਗਾਲਾਂ ਕੱਢਣਾ ਸ਼ੁਰੂ ਕਰਤੀਆਂ। ਇਤਨਾ ਗੰਦਾ ਬੰਦਾ ਹੈ। ਪਰ ਇਹ ਆ ਕਿ ਅਗਰ ਭਾਈ ਸੋਚਣ, ਯਾਰ ਇਹ ਗੱਲ ਤਾਂ ਸੁਣ ਲਓ ਯਾਰ ਰਾਣਾ ਸਾਹਿਬ, ਇੱਕ ਮਿੰਟ ਯਾਰ ਦੇ ਦੇ। ਅਗਰ ਭਾਈ ਸੋਚਣ ਕਿ ਯਾਰ ਹਾਂ ਯਾਰ ਨਹੀਂ, ਕਿ ਇਹ ਸਾਡੀ ਵਜ੍ਹਾ ਤੋਂ ਜਾਂ ਅਸੀਂ ਰੀਜ਼ਨ ਬਣ ਰਹੇ ਹਾਂ, ਤੇ ਫਿਰ ਪਿੱਛੇ ਆ ਜਾਣ। ਬਾਕੀ ਬਹਿਰੀਨ ਹੈ, ਤਾਂ ਬਹਿਰੀਨ ਉੱਤੇ ਕੋਈ ਨਹੀਂ ਗਿਲਾ ਕਰਨਾ ਚਾਹੀਦਾ, ਇਸ ਲਈ ਕਿ ਉਹ ਬੱਟ ਸਾਹਿਬ ਦਾ ਬਹੁਤ ਕਲੋਜ਼ ਫਰੈਂਡ ਸੀਗਾ, ਤੇ ਉਹ ਹੁਣ ਦੁਸ਼ਮਣ ਬਣਿਆ। ਤੇ ਜਿਹੜਾ ਕਲੋਜ਼ ਫਰੈਂਡ ਦੁਸ਼ਮਣ ਬਣੇ ਨਾ, ਉਹ ਬਹੁਤ ਮਾੜਾ ਦੁਸ਼ਮਣ ਬਣਦਾ ਹੈ ਜੀ। ਹਾਂਜੀ ਵੇਖੋ, ਮੈਂ ਆਖਰੀ ਰਾਣਾ ਸਾਹਿਬ ਥੱਲੇ ਭਾਈ ਸਾਹਿਬ ਲਿਖ ਰਹੇ ਡੀਪ ਮੋਟਿਵ ਸਾਹਿਬ, ਅਗਰ ਉਹ ਛੋੜ ਦੇंगे तो ਅਮਨ ਨਜ਼ੀਰ ਪਾ ਜਾਣ। ਕੁੱਤਾ ਭੌਂਕ ਰਿਹਾ ਹੁੰਦਾ ਹੈ ਨਾ, ਤੇ ਜੇ ਕੁੱਤੇ ਨੱਗੋਂ ਤੁਸੀਂ ਵੱਟੇ ਮਾਰੋਗੇ ਤੁਹਾਡੇ ਪਿੱਛੇ ਹੋਰ ਭੌਂਕੇਗਾ, ਤੇਜ਼ੀ ਨਾਲ ਭੱਜੇਗਾ। ਜੇ ਤੁਸੀਂ ਖਾਮੋਸ਼ੀ ਨਾਲ ਗੁਜ਼ਰ ਜਾਓਗੇ ਥੋੜੀ ਦੇਰ ਭੌਂਕ ਕੇ ਆਪ ਹੀ ਚੁੱਪ ਕਰ ਜਾਏਗਾ। ਤੁਸੀਂ ਉਹਨੂੰ ਜਿੰਨਾ ਛੇੜੋਗੇ ਤੁਹਾਨੂੰ ਹੋਰ ਭੌਂਕੇਗਾ, ਹੋਰ ਵੱਧ ਕੇ ਭੌਂਕੇਗਾ, ਤੁਹਾਨੂੰ ਪੈ ਜਾਏਗਾ ਆ ਕੇ। ਤੁਸੀਂ ਖਾਮੋਸ਼ੀ ਨਾਲ ਗੁਜ਼ਰ ਜਾਓ। ਨਬੀਆਂ ਦੀ ਵੀ ਇਹੀ ਤਾਲੀਮ ਹੈਗੀ ਹੈ ਕਿ ਕੁੱਤੇ ਭੌਂਕਦੇ ਨੇ ਚੁੱਪ ਕਰਕੇ ਗੁਜ਼ਰ ਜਾਓ, ਕਿ ਵਾਪਸੀ ਨਬੀ ਵੀ ਸ਼ੁਰੂ ਹੋ ਜਾਂਦੇ ਨੇ। ਉਹ ਤੁਸੀਂ ਹਦੀਸ ਨਹੀਂ ਸੁਣੀ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਮਸਜਿਦ 'ਚ ਬੈਠੇ ਸੀ, ਅਬੂ ਬਕਰ ਸਦੀਕ ਰਜ਼ੀ ਅੱਲਾਹੁ ਕੋਈ ਬੰਦਾ ਗਾਲਾਂ ਬੁਰਾ ਭਲਾ ਕਹਿ ਰਿਹਾ ਸੀ, ਤੇ ਉਹ ਖਾਮੋਸ਼ ਬੈਠਾ, ਰਸੂਲ ਸੱਲਮ ਹੱਸ ਰਿਹਾ ਸੀ। ਲੇਕਿਨ ਜਦੋਂ ਅਬੂ ਬਕਰ ਸਦੀਕ ਨੇ ਵਾਪਸੀ ਜਵਾਬ ਦਿੱਤਾ ਉਹਦਾ, ਤੇ ਨਬੀ ਪਾਕ ਉੱਠ ਕੇ ਚਲੇ ਗਏ। ਫਿਰ ਅਬੂ ਬਕਰ ਸਦੀਕ ਨੇ ਜਾ ਕੇ ਪੁੱਛਿਆ ਨਬੀ ਪਾਕ ਕਿ ਜਦੋਂ ਮੇਰੀ ਮਾਂ ਭੈਣ ਕਰ ਰਿਹਾ ਸੀ ਤੁਸੀਂ ਹੱਸੀ ਜਾ ਰਿਹਾ ਸੀ, ਜਦੋਂ ਵਾਪਸੀ ਮੈਂ ਕੀਤੀ ਤੁਸੀਂ ਚਲੇ ਗਏ। ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜਦੋਂ ਤੇਰੀ ਮਾਂ ਭੈਣ ਕਰ ਰਿਹਾ ਸੀ ਤੇ ਉਹਦੀ ਜਗ੍ਹਾ ਤੇ ਫਰਿਸ਼ਤੇ ਦਾ ਦਿਫਾ ਤੇਰਾ ਕਰ ਰਿਹਾ ਸੀ, ਲੇਕਿਨ ਜਦੋਂ ਤੂੰ ਜਵਾਬ ਦਿੱਤਾ ਤੇ ਫਰਿਸ਼ਤੇ ਵੀ ਗਿਆ ਤੇ ਫਿਰ ਮੈਂ ਵੀ ਨਿਕਲ ਗਿਆ। ਇਹ ਸਾਡੇ ਵਾਸਤੇ ਸਬਕ ਹੈਗਾ। ਹਾਂਜੀ, ਇਹ ਸਾਨੂੰ ਸਬਕ ਦਿੱਤਾ ਨਬੀ ਮੁਹੰਮਦ ਵਾਲੇ ਮੁਹੰਮਦ ਨੇ ਕਿ ਤੁਹਾਨੂੰ ਕੋਈ ਕਰ ਰਿਹਾ, ਤੁਹਾਡੀ ਜਗ੍ਹਾ ਤੇ ਅੱਲਾ ਦੇ ਫਰਿਸ਼ਤੇ ਜਵਾਬ ਦੇ ਫਜ਼ੱਕਿਰ ਇਨਮਾ ਅੰਤ ਮੁਜ਼ੱਕਿਰ ਲਸਤਾ ਅਲੈਹਿਮ ਬਿਮੁਸੈਤਿਰ ਇਲਾ ਮਨ ਤਵੱਲਾ व ਕਫਰ ਫਯੁਅਜ਼ਿਬੁਹੁ ਅੱਲਾਹੁ ਅਜ਼ਾਬ। ਉਹਨਾਂ ਵਾਸਤੇ ਖੁਦਾ ਨੇ ਅਜ਼ਾਬ ਰੱਖਿਆ ਹੋਇਆ ਵੇ, ਤੁਸੀਂ ਉਹਨਾਂ ਦਾ ਅਜ਼ਾਬ ਤੋਂ ਉਹਨਾਂ ਨੂੰ ਬਚਾਉਂਦੇ ਹੋ ਵਾਪਸੀ ਇਦਾਂ ਦੇ ਕੰਮ ਕਰਕੇ। ਤੁਸੀਂ ਮੌਜੂਦ ਚਲਾਣਾ ਕਿ ਵਧਾਣਾ ਜਾਂ ਇਹਨੂੰ ਖਤਮ ਕਰਨਾ? ਨਹੀਂ ਡੋਗਰ ਭਾਈ, ਸਿਰਫ ਉਹਨਾਂ ਨੂੰ ਮੈਂ ਵੀ ਪੁੱਛਾਂਗਾ ਕਿ ਅਮਰ ਨਜ਼ੀਰ ਦੀ ਫੋਟੋ ਵਿਗਾੜ ਕੇ ਲਗਾਉਣ ਨਾਲ ਖੁਸ਼ੀ ਜ਼ਿਆਦਾ ਮਿਲਦੀ ਹੈ ਕਿ ਹਜ਼ਰਤ ਮਸੀਹ ਮੌਦ ਦੀ ਅਗਰ ਉਹ ਤੋਹੀਨ ਕਰਨ ਤਸਵੀਰ ਲਗਾ ਕੇ, ਤੇ ਉਹਦੇ ਨਾਲ ਦੁੱਖ ਜ਼ਿਆਦਾ? ਕਿਹੜੀ ਚੀਜ਼ ਜ਼ਿਆਦਾ? ਉਹ ਕਰ ਲੈਣ ਫਿਰ। ਅੱਛਾ ਜੱਟ ਸਾਹਿਬ, ਤੁਸੀਂ ਇਕੱਲੇ ਨਾ ਕਰੋ, ਤੁਸੀਂ ਇੰਝ ਕਰੋ ਕੋਈ 3-4 ਬੰਦੇ ਨਾਲ ਰਲ ਕੇ ਗਰੁੱਪ ਕਾਲ ਕਰੋ WhatsApp ਤੇ,
ਕੱਲਿਆਂ ਕੌਣ ਮੰਨਦਾ ਜੇ ਕਿਸੇ ਦੀ ਗੱਲ? ਮੈਂ ਜਾਵਾਂਗਾ ਜੇ ਬੋਲਣ ਦਿੱਤਾ ਤੇ ਕਵਾਂਗਾ ਮੈਂ। ਜੀ ਨਹੀਂ ਨਹੀਂ, ਗਰੁੱਪ ਕਾਲ ਕਰਿਓ ਉਹਦੇ ਤੇ TikTok ਤੇ ਡੋਗਰ ਸਾਹਿਬ ਕੀ ਕਹਿੰਦੇ ਨੇ ਕਾਲ ਕਰਨ ਦੀ ਜ਼ਰੂਰਤ ਨਹੀਂ ਨੂੰ ਵਿੱਚ ਲਿਓ ਨਾ। ਨਹੀਂ ਮੈਂ ਹੀ ਕਿਹਾ, ਮੈਂ ਹੁਣ ਮੌਜੂ ਜੱਟ ਸਾਹਿਬ ਵੀ ਵਿੱਚ। ਅੱਗੇ 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 ਵਧਦਾ ਜਾਂਦਾ, ਖਤਮ ਕਰਨਾ ਜਾਂ ਵਧਾਉਣਾ, ਅੱਗੇ ਚਲਾਉਣਾ। ਹਲੇ ਜਿਹੜੀਆਂ ਗੱਲਾਂ ਇਸ ਤਰ੍ਹਾਂ ਚੰਨ ਗੱਲ ਚੋਂ ਗੱਲ ਨਿਕਲਦੀ ਰਹਿੰਦੀ ਹੈ, ਠੀਕ ਹੈ ਨਾ। ਮੈਂ ਥੋੜਾ ਬਿਜ਼ੀ ਸੀ, ਮੈਂ ਸੁਣ ਰਿਹਾ ਸੀ ਬਹਰਹਾਲ। ਯਾਦ ਮੇਰਾ ਰੱਖਿਓ, ਖਿਆਲ ਕਿ ਇੱਕ ਗੱਲ ਯਾਦ ਜਿਹੜੀ ਰੱਖਿਓ, ਮੌਜੂ ਖਤਮ ਰੱਖਣੀ ਚਾਹੀਦੀ ਹੈ, ਕੁਛ ਗੱਲ ਗੁਫ਼ਤਗੂ ਕਰ ਲਓ। ਅੱਧਾ ਮਿੰਟ ਦਿਓ। ਇੱਕ ਭਾਈ ਉਹ ਗੱਲ ਯਾਦ ਰੱਖਿਓ, ਆਪਣੇ ਦਿਲ ਮਜ਼ਬੂਤ ਰੱਖੋ, ਆਪਣੇ ਸੀਨੇ ਚੌੜੇ ਰੱਖੋ, ਜਿਗੜੇ ਮਜ਼ਬੂਤ ਰੱਖੋ ਆਪਣੇ। ਇਹ ਤੁਹਾਨੂੰ ਤਕਲੀਫਾਂ ਸਹਿਣੀਆਂ ਹੀ ਪੈਣੀਆਂ ਨੇ, ਇਹਨਾਂ ਨੇ ਕੋਈ ਨਹੀਂ ਬਾਜ਼ ਆਣਾ। ਬੱਟ ਸਾਹਿਬ ਠੀਕ ਆ, ਮੈਂ ਫੇਰ ਕਹਿਣਾ ਕਿ ਉਹ ਅਗਰ ਦੇਖਦੇ ਨੇ, ਪਾਟਰ ਸਾਹਿਬ ਦੇਖਦੇ ਨੇ ਕਿ ਯਾਰ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ, ਮੈਂ ਉਹਨਾਂ ਨੂੰ ਕਹਿ ਨਹੀਂ ਸਕਦਾ, ਨਾ ਮੈਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦਾ ਨਾ, ਉਹ ਹਟ ਜਾਣਾ ਚਾਹੀਦਾ ਉਹਨਾਂ ਨੂੰ, ਮੈਂ ਇਹ ਕਹਿਣਾ। ਲੇਕਿਨ ਇਹ ਅਗਰ ਲੋਕੀ ਬਾਜ਼ ਆ ਜਾਵਣ, ਇਹ ਸ਼ਹਿਨਸ਼ਾਹ ਹੋ ਗਿਆ, ਇਹ ਜ਼ਿਆ ਰਸੂਲ ਹੋ ਗਿਆ, ਯੂਸਫੀ ਹੋ ਗਿਆ, ਇਹ ਰਾਓ ਨਈਮ ਹੋ ਗਿਆ, ਇਹ ਆਮਰ ਨਜ਼ੀਰ ਜਿਹੜਾ ਇੱਕ ਸੱਪ ਹੈਗਾ, ਇਹਨਾਂ ਦੀ ਮਾਂ ਹੈ, ਸੱਪਾਂ ਦੀ ਮਾਂ ਹੈ ਜਿਹੜੀ, ਠੀਕ ਹੈ। ਇਹ ਸਪੋਲੇ ਨੇ ਸੱਪਾਂ ਦੀ ਜਿਹੜੀ ਮਾਂ ਹੈ, ਅਗਰ ਇਹ ਬਾਜ਼ ਆ ਜਾਵੇ ਨਾ ਇਹ ਹਰਕਤਾਂ ਤੋਂ, ਤੇ ਮੈਨੂੰ ਪਕੜ ਲਿਓ ਤੁਸੀਂ ਆ ਕੇ। ਇਹ ਤੁਹਾਨੂੰ ਆਪਣੀ ਮਜ਼ਬੂਤੀ ਕਾਇਮ ਰੱਖਣੀ ਹੈ ਕਿ ਇਹਨਾਂ ਨੇ ਨਹੀਂ ਬਾਜ਼ ਆਣਾ। ਹਾਂਜੀ, ਸਾਡਾ ਤੇ ਮੇਰਾ ਤੇ ਸੈਫੀ ਸਾਹਿਬ ਦਾ ਕੰਮ ਹੀ ਹੋ ਰਿਹਾ। ਸਾਡੇ ਕੋਲ ਤੇ ਫੈਲਾਂ ਨੇ 1400 ਸਾਲ ਪਹਿਲੇ ਦੀਆਂ ਨਾ, ਸਾਡਾ ਤੇ ਕੋਈ ਲੈਣੇ ਦੇਣੇ ਨਹੀਂ ਹੈਗਾ ਇਹਨਾਂ ਬਹਿਸਾਂ ਦੇ ਨਾਲ। ਕੌਣ ਇਹ ਨਾਲ ਸਾਡੇ ਉੱਤੇ ਨਾ ਬਰਾੜ ਲਾ ਦਿਓ ਸੈਫੀ ਤੇ ਅਲੀ ਅਕਬਰ ਤੇ ਕਿ ਇਹਨਾਂ ਨੇ ਕੀ ਜਵਾਬ ਦਿੱਤੇ ਨੇ। ਸਾਡਾ ਤੇ ਤੁਹਾਡੀ ਮਨਪਸੰਦ ਦਾ ਇੱਕ ਬਰਾੜ ਖੁੱਲਾ ਲੱਗੀ ਹੈ। ਹਾਂਜੀ, ਸਾਡਾ ਤੇ ਮੌਜੂ ਵਿੱਚ ਸਾਡਾ ਤੇ ਮੌਜੂ ਅਸੀਂ ਤੇ ਪਿਛਲਾ ਖਾਤਾ ਖੋਲਣਾ ਹੁੰਦਾ ਹੈ। ਸਾਡੇ ਸਾਹਮਣੇ ਕੋਈ ਖਾਤਾ ਖੋਲ, ਅਸੀਂ ਗਾਲ ਗੂਲ ਨਹੀਂ ਕੋਈ ਕੱਢਦੇ, ਅਸੀਂ ਹਦੀਸਾਂ ਖੋਲ ਕੇ ਸਾਹਮਣੇ ਰੱਖ ਦਿੰਦੇ ਹਾਂ। ਭਾਈ ਜਾਨ ਇਹ ਜੇ ਤੁਹਾਡੇ ਸਵਾਲ ਦਾ ਜਵਾਬ, ਇਹਦਾ ਜਵਾਬ ਦਿਓ। ਇਹ ਨਾ ਜਿਵੇਂ ਗੁਫ਼ਤਗੂ ਹੋ ਗਈ ਮਾਸ਼ਾਅੱਲਾ। ਜਿਹੜੀ ਮੈਂ ਕਿਹਾ ਇਸ ਟਾਈਮ ਤਾਏ ਸਾਹਿਬ ਨੂੰ ਜੱਸ ਆ ਰਹੀ ਹੈ ਨਾ, 4500 ਬੰਦਾ ਵੇਖ ਰਿਹਾ ਇਹਨਾਂ ਨੂੰ। ਦੂਜੇ ਪਾਸੇ ਲਾਓ ਇਹਨਾਂ ਨੂੰ। ਦੂਜੇ ਸਫੇ ਖੋਲੋਗੇ ਨਾ ਤਾਂ ਖੁੱਲਦੇ ਜਾਣਾ। ਸਾਰਿਆਂ ਨਾਲ ਛੋਟਾ ਬੇਟਾ, ਬਹੁਤ ਗੰਦ ਨਿਕਲਣਾ। ਡੋਗਰ ਸਾਹਿਬ ਇਹ ਹੁਣ ਸਾਰਿਆਂ ਨਾਲ ਛੋਟਾ ਬੇਟਾ ਹੈ ਆਮਰ ਦਾ ਨਾ, ਛੋਟਾ। ਰਹਿਮਤੁल्लाह ਯਾਰ, ਇੱਕ ਤੇ ਖੁਦਾ ਦੇ ਬੰਦੇ ਹੋ, ਪਾਣੀ ਚ ਮਧਾਣੀ ਪਾ ਕੇ ਨਾ ਗੇੜਾ ਦੇ ਕੇ ਰੱਖਦੇ ਹੋ, ਥੋੜਾ ਜਿਹਾ ਹੋਲਾ ਗੇੜਾ ਦੇ ਲੋ ਯਾਰ, ਕੀ ਹੋ ਗਿਆ ਖੁਦਾ ਦੀ ਕਸਮ। ਇਹ ਗੇੜਾ ਦੇਣ ਤੇ ਲੈ ਹੁੰਦੇ ਯਾਰ, ਬਾਬਾ ਜੀ ਗੇੜਾ ਦੇਣ ਦਿਓ ਯਾਰ। ਉਹ ਤਾਂ ਨਿਕਲਣਾ ਕੱਖ ਨਹੀਂ ਹੈ ਮੈਂ ਉਹਦੇ ਚੋਂ। ਗੱਲ ਇਹ ਹੈ ਕਿ ਜਾਂ ਤਾਂ ਇਸੇ ਤੁਸੀਂ ਲਟਕਾਓ ਨਾ ਲਟਕਾਓ, ਉਹਨਾਂ ਨੇ ਤੁਹਾਨੂੰ ਲਟਕਾ ਕੇ ਰੱਖਣਾ ਵਾ। ਹਾਂਜੀ, ਗੱਲ ਹੈ ਇਹ, ਗੱਲ ਆਪਣੀ ਦਿਮਾਗ ਨਾਲ ਬੰਨ ਲਓ। ਉਹਨਾਂ ਨੇ ਸਾਨੂੰ ਮੰਦਰ ਦੇ ਘੰਟੇ ਦੀ ਤਰ੍ਹਾਂ ਹਰ ਇੱਕ ਨੇ ਆਂਦੇ ਹਾਂਜੀ ਬਿਲਕੁਲ, ਉਹਨਾਂ ਨੇ ਸਾਨੂੰ ਬਚਾ ਕੇ ਰੱਖਣਾ ਵਾ, ਤੇ ਤੁਸੀਂ ਐਵੇਂ ਆਪਸ ਚ ਲੜਨ ਦੇ ਹੋ ਯਾਰ। ਉਹ ਨਾ ਸਾਡੇ ਕੋਲ ਦਲੀਲਾਂ ਹੈ ਨੇ ਨਾ, ਮੈਂ ਦਿੰਦਾ ਨਾ ਜਵਾਬ ਵਿੱਚ ਵੜ ਕੇ। ਬਸ ਉਹ ਦਲੀਲਾਂ ਜ਼ਰੂਰੀ ਨੇ। ਅਲੀ ਅਕਬਰ ਸਾਹਿਬ, ਇਹ ਹੁਣ ਛੋਟਾ ਸਪੋਲਾ ਆਇਆ ਹੈ ਕਾਸਮ, ਇਹਦਾ ਮੈਸੇਜ ਪੜੋ ਤੇ ਇਹਨੂੰ ਦਿਓ, ਹੁਣ ਕੋਈ ਦਲੀਲ ਇਹਨੂੰ ਦਿਓ। ਹਾਂਜੀ, ਦਲੀਲ ਦਿੰਦੇ। ਪਹਿਲੇ ਤਾਹਿਰ ਸਾਹਿਬ ਦੇ ਪੋਸਟਰ ਤੇ ਹਟਵਾ ਲਈਏ ਸਾਰੇ ਵਾਰੀ ਕਰਕੇ। ਇਸ ਵਜ੍ਹਾ ਨਾਲ ਉਹ ਸਿਲਸਿਲਾ ਬਾਬਾ ਜੀ ਇਹ ਕਿ ਜਿਹੜਾ ਤਰੀਕਾ ਅਸੀਂ ਫੜਿਆ ਉਹ ਤਰੀਕਾ ਠੀਕ ਹੈ, ਇਹ ਤਰੀਕੇ ਛੱਡਣੇ ਚਾਹੀਦੇ ਨੇ ਸਾਰੇ। ਉਹ ਜੋ ਕਹਿੰਦੇ ਨੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਜਵਾਬ ਦੇਣਾ ਹੁੰਦਾ। ਲੇਕਿਨ ਇਹ ਫੋਟੋਆਂ ਨਾਲ ਮੈਂ ਦੋਵਾਂ ਪਾਸੇ ਦਾ ਖਿਲਾਫ ਹੈ। ਉਹਨਾਂ ਤੇ ਨਹੀਂ ਬਾਜ਼ ਆਣਾ, ਸਾਨੂੰ ਰੁਕ ਜਾਣਾ ਚਾਹੀਦਾ ਹੈਗਾ, ਇੰਨਾ ਬਸ ਹੈਗਾ। ਉਹ ਮਾਈ ਜਿਹੜੀ ਹੈ ਨਾ, ਮਾਈ ਉਹ ਵੀ ਪਤਾ ਰੋਜ਼ ਤਾਂ ਇੱਥੇ ਹੱਥੀ ਜਿਹਨੇ ਮੂੰਹ ਦੰਦ ਨਹੀਂ ਹੈਗੇ, ਉਹ ਵੀ ਇਹੀ ਲਾ ਕੇ ਬਹਿ ਜਾਂਦੀ ਹੈ ਤਾਂ ਹੀ। ਤੇ ਅਸੀਂ ਇੱਕ ਹਾਂਜੀ ਯਕੀਨ ਕਰੋ, ਉਹ ਵੀ ਇੱਕ ਅੱਧੀ ਵੀਡੀਓ ਵੇਖਦੀ ਜਾ ਕੇ ਉਹਨਾਂ ਦੀ ਆਈਡੀ ਵਿੱਚੋਂ ਉਹ ਲੈ ਕੇ ਆ ਜਾਂਦੀ ਹੈ। ਉਹ ਵੀ ਮੁਰਦਾ ਲਾਸ਼ ਨੂੰ ਆਕਸੀਜਨ ਲੱਭ ਜਾਂਦੀ ਹੈ। ਹਾਂਜੀ, ਇਸ ਵਜ੍ਹਾ ਨਾਲ ਤੁਸੀਂ ਹਦੀਸ ਸ਼ਰੀਫ ਕੱਢੋ, ਕੋਈ ਨਵੀਂ ਹਦੀਸ ਰੋਜ਼ਾਨਾ ਮੈਂ ਲੱਭਦਾ ਵਾਂ, ਮੈਂ ਉਹ ਸਾਰਾ ਦਿਨ ਚੁੱਕ ਕੇ ਤੁਰਿਆ ਫਿਰਿਆ ਹੁੰਦਾ ਮੈਂ ਇੱਧਰ ਉੱਧਰ ਜਾ ਕੇ, ਉਹਨਾਂ ਦਾ ਜਵਾਬ ਮੰਗੀ ਜਾ ਉਹਨਾਂ ਕੋਲ ਜਾ ਕੇ। ਤੇ ਹੁਣ ਅੱਗੇ ਚਲਾਣੀ ਬਰਾੜ ਕੇ ਹੁਣ ਅਹਿਮਦ ਸਾਹਿਬ ਬਾਬਾ ਜੀ ਇੰਨਾ ਹੀ ਪੜਾ ਹੈਗਾ ਜਿੰਨਾ ਕੁ ਪਹੁੰਚਾ ਥੱਲੇ ਮੌਲਵੀ ਸਾਹਿਬ ਆਏ ਨੇ ਥੱਲੇ, ਅਸੀਂ ਥੱਲੇ ਜਾਂਦੇ, ਇਹਨਾਂ ਨੂੰ ਉੱਤੇ ਚੱਕ ਲਓ ਤੇ ਇਹਨਾਂ ਦੀ ਵੀ ਰਾਏ ਲੈ ਲਓ। ਮੌਲਵੀ ਸਾਹਿਬ ਸ਼ਰੀਫ ਆਦਮੀ ਨੇ ਯਾਰ, ਮੌਲਵੀ ਸਾਹਿਬ। ਅਬੂ ਤਾਲਿਬ ਸਾਹਿਬ, ਤੁਸੀਂ 2 ਘੰਟੇ ਤੋਂ ਰਿਕਵੈਸਟ ਪਾ ਕੇ ਬੈਠੇ ਹੋ, ਦੱਸੋ ਤੁਸੀਂ ਕਿਹਦੀ ਗੁਸਤਾਖੀ ਕਰਨੀ, ਬੀਬੀ ਆਇਸ਼ਾ ਦੀ ਕਰਨੀ ਜੇ ਕਿ ਹਜ਼ਰਤ ਅਬੂ ਤਾਲਿਬ ਦੀ ਕਰਨੀ ਜੇ? ਦੱਸੋ, ਕਰੋ ਤੇ ਨਿਕਲਣਾ, ਟਾਈਮ ਨਾ ਨਿਕਲੋ ਵਿੱਚੋਂ। ਇੱਕ ਤਾਂ
ਕਿਹਨੂੰ ਆਖ ਬੀਬੀ ਆਇਸ਼ਨ ਕੁਝ ਕਹਿਣਾ ਜੇ ਕਹਿ ਦਿਓ, ਖੋਲੋ ਮਾਈਕ। ਮੈਂ ਹਜ਼ਰਤ ਅਬੂ ਤਾਲਬ ਦੀ ਗੱਲ ਕਰਦਾ ਕਿ ਹਜ਼ਰਤ ਅਸੀਂ ਉਹਨਾਂ ਨੂੰ ਕਹਿੰਦੇ ਆ, ਪਰ ਉਹ ਨਬੂਵਤ ਉਹਨਾਂ ਦੇ ਘਰ ਹੀ ਜੰਮਦੀ ਪਲਦੀ ਪਰਵਰਿਸ਼ ਪਾਉਂਦੀ ਰਹੀ, ਲੇਕਿਨ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ। ਦੁੱਧ ਪਿਆਇਆ ਯਾਰ, ਦੁੱਧ ਪਿਆਇਆ ਤੁਸੀਂ। ਉਹ ਜਾ ਕੇ ਅਸੂਲੇ ਕਾਫੀ ਕਿਤਾਬੁਲ ਹੁਜਾ ਬਾਬੁਲ ਹੁਜਾ ਹੈਗਾ, ਉਹਦੇ ਜਾ ਕੇ ਪੜੋ। ਬੀਬੀ ਆਮਨਾ ਰਜ਼ੀ ਅੱਲਾਹ ਤਾਲਾ ਅਨਹੁਮ ਦਾ ਦੁੱਧ ਨਹੀਂ ਸੀ ਉਤਰਿਆ ਜਦੋਂ ਨਬੀ ਪਾਕ ਪੈਦਾ ਹੋਏ ਸੀ, ਤੇ ਆਪਣੀ ਛਾਤੀਆਂ ਦੇ ਪਿਆਇਆ ਸੀ ਅਬੂ ਤਾਲਿਬ ਨੇ ਕਿੰਨੇ ਸਾਲ ਰਸੂਲੇ ਪਾਕ ਨੂੰ। ਇੱਕ ਕਿਤਾਬ ਅਸੂਲੇ ਕਾਫੀ ਚ ਲਿਖਿਆ ਹੋਇਆ ਹੈ। ਹਾਂਜੀ ਹਾਂਜੀ, ਉਹ ਜਨਾਬ ਅਬੂ ਤਾਲਿਬ ਨੇ ਤਾਂ ਛਾਤੀਆਂ ਆਪਣੇ ਦੁੱਧ ਪਿਆਇਆ ਰਸੂਲੇ ਪਾਕ ਨੂੰ। ਹਿਸਾਬ ਲਾ ਲਓ, ਇਹ ਅਸੂਲੇ ਕਾਫੀ ਉਹਨਾਂ ਦੀ ਕਿਤਾਬ ਹੈ, ਕੁਰਾਨ ਤੋਂ ਵੱਡੀ ਕਿਤਾਬ ਹੈ ਉਹਨਾਂ ਦੀ। ਇਹਦਾ ਬਹਿਰ ਪਰ ਉਹਨੇ ਜਵਾਬ, ਉਹ ਕਹਿੰਦਾ ਨਬੀ ਦੇ ਘਾਲੂ ਚ ਤਲਿਆ ਜਾਂਦਾ ਸੀ। ਇਹ ਕਾਸਮ ਨੂੰ ਵੀ ਪਤਾ ਹੋਏਗਾ ਵੀ ਅਹਿਲੇ ਤਸ਼ੀਹ ਹੈ ਨਾ। ਹਾਂਜੀ, ਤੇ ਕਰ ਲਓ ਗੱਲ ਅਬੂ ਤਾਲਿਬ ਸਾਹਿਬ, ਤੁਸੀਂ ਵੀ ਕੋਈ ਤਾਹਿਰ ਸਾਹਿਬ ਕੋਈ ਤਬੀਅਤ ਠੀਕ ਹੋਈ, ਕੋਈ ਸਿਲਸਿਲਾ ਤਬੀਅਤ ਵਗੈਰਾ ਦਾ ਕੋਈ ਹੋਇਆ, ਆਸਰਾ ਹੋਇਆ ਕਿ ਹਲੇ ਹੋਰ ਚਲਾਣੀ ਬਰਾਟ ਅੱਗੇ? ਜੇ ਕਹਿੰਦੇ ਹੋ ਤੇ ਅਸੀਂ ਮੌਜੂ ਖੋਲ ਹੀ ਜਾਂਦੇ ਹਾਂ ਨਾਲੋਂ ਨਾਲ, ਕੋਈ ਨਾ ਕੋਈ। ਤੁਸੀਂ ਜਿੱਥੇ ਕਹਿਣਾ ਅਸੀਂ ਜੀ ਚਲਾਓ ਜੀ, ਚਲਾਓ ਜੋ ਚਲਾਣਾ ਚਲਾਓ। ਅੱਛਾ ਲੈ ਹੈ ਕੋਈ ਹੁਣ ਕਿਹਨੂੰ? ਹੁਣ ਲਾਓ ਕਿਸੇ ਹੋਰ ਦੀ ਫੋਟੋ, ਉਹ ਵੀ ਉਹਦੇ ਤੇ ਆਪਰੇਸ਼ਨ ਕਰ ਦਈਏ ਕਿ ਨਾਸਰ ਬਾੜ ਸਾਹਿਬ ਦੀ ਕਲਾਸ ਲੈਣੀ ਤੇ ਕਹੋ ਤੇ ਲੈਂਦੇ ਨੇ ਨਾਲੋਂ ਨਾਲ ਬੋਲ। ਮਜ਼ਲੂਮ ਸ਼ਾਹ ਸਾਹਿਬ ਦੀ ਨਾ ਲਾ ਦਿਓ, ਉਹਨਾਂ ਨੇ ਸਪੀਕਰ ਲਾ ਦੇਣਾ ਜੀ। शाह साहब को ਅਸੀਂ ਬਈਦਾ ਹੈ, शाह साहब ਕਿਤੇ ਨਾਰਾਜ਼ ਹੀ ਨਾ ਹੋ ਜਾਣ ਭਾਈ। ਹਾਂਜੀ, ਉਹਨੇ ਜ਼ਿਆਦਤੀ ਕੀਤੀ ਹੈ, ਸਾਨੂੰ ਕ੍ਰੈਡਿਟ ਨਹੀਂ ਦਿੱਤਾ ਉਹਨੇ। ਗੱਲ ਸੁਣੋ, ਗੱਲ ਇਹ ਹੈ ਕਿ ਅਲੀ ਅਕਬਰ ਭਾਈ ਗੱਲਾਂ ਜਿਹੜੀਆਂ ਨਾ ਕੰਮ ਦੀਆਂ ਕਰਦੇ, ਉਹਨਾਂ ਦੀਆਂ ਗੱਲਾਂ ਸੁਣੋ ਯਾਰ। ਹਾਂਜੀ ਤਾਰ ਸਾਹਿਬ ਸਫੀਆ ਰਹਿ ਗਈ ਹੈ, ਬਾਕੀ ਸਭ ਮਸਲੇ ਹੋ ਗਏ। ਜੀ ਕੀ ਕਹਿੰਦੇ ਹੋ ਫਿਰ? ਜੀ ਉਹ ਰਾਣਾ ਭਾਈ ਆਪਣੇ ਬੰਦਿਆਂ ਦੇ ਨਾਲ ਲੜਨ ਦੀ ਜ਼ਰੂਰਤ ਨਹੀਂ ਆ। ਉਹ ਜਿਹੜੇ ਜਿਵੇਂ ਲੱਗੇ ਆ ਲੱਗੇ ਰਹਿਣ ਦਿਓ। ਹਾਫਿਜ਼ ਸਾਹਿਬ ਜਿਵੇਂ ਤੁਸੀਂ ਕੰਮ ਕਰਦੇ ਹੋ ਕਰੀ ਰੱਖੋ, ਅਸੀਂ ਤੁਹਾਡੇ ਨਾਲ ਹੁੰਦੇ ਆ ਹਰ ਟਾਈਮ ਤੇ। ਜਿਹੜਾ ਤੁਸੀਂ ਕੰਮ ਕਰਦੇ ਹੋ ਵਧੀਆ ਵਾ, ਬਾਕੀ ਇਹ ਰੋਲੇ ਨਹੀਂ ਮੁੱਕਣੇ ਆ ਵੀ ਅਸੀਂ ਗੁੱਸੇ ਚ ਕਦੀ ਆਪਣੇ ਕਿਸੇ ਭਰਾ ਦੇ ਮੁਖਾਲਫ ਹੋ ਜਾਂਦੇ ਆ, ਕਦੀ ਕਿਸੇ ਦੇ ਹੋ ਜਾਂਦੇ ਆ। ਫਾਇਦਾ ਕੋਈ ਨਹੀਂ ਇਹਦੇ। ਕਹਾਵਤ ਬਾਬਾ ਜੀ ਅਸਲ ਬਣੀ ਆ, ਮਾਂ ਨਾ ਕੁਲਾਂ ਤੇ ਹੱਥ ਕਿਸੇ ਭਾਵਾਂ। ਜੇ ਤਾਂ ਬੰਦਾ ਇਹ ਸੋਚੇ ਨਾ ਤੇ ਜੇ ਆਪਣਾ ਭਰਾ ਗਲਤ ਕਰਦਾ ਵੀ ਹੈ ਤੇ ਤਰੀਕਾਕਾਰ ਨਹੀਂ ਸਮਝਾਉਣ ਦਾ। ਦੇਖੋ ਮੈਂ ਤਾਂ ਸਿੱਧੀ ਜੀ ਗੱਲ ਕਰਦਾ, ਡੋਗਰ ਸਾਹਿਬ ਬਹਿਰੀਨ ਦੇ ਖਿਲਾਫ ਇਸ ਟਾਈਮ ਕਿਸੇ ਬੱਟ ਸਾਹਿਬ ਨੂੰ ਖਾਸ ਤੌਰ ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਇਹਨਾਂ ਦਾ ਤਾਲੁਕ ਸੀ ਉਹਦੇ ਨਾਲ, ਉਹਨੇ ਅਗਰ ਕੁਝ ਕੀਤਾ ਵੀ ਇਹ ਗੰਦ, ਇਹਨਾਂ ਨੂੰ ਆਪਣਾ ਤਾਲੁਕ ਵੇਖ ਕੇ ਕਹਿਣਾ ਚਾਹੀਦਾ ਬਸ ਠੀਕ ਹੈ। ਮੇਰਾ ਕੋਈ ਦੋਸਤ ਹੈ ਨਾ, ਪੁਰਾਣਾ ਦੋਸਤ ਹੈ, ਮੇਰੀ ਉਹਦੇ ਨਾਲ ਦੋਸਤੀ ਹੁੰਦੀ ਹੈ, ਮੈਂ ਇਹ ਹਰਕਤ ਨਹੀਂ ਕਰਦਾ। ਅਗਰ ਉਹਨੇ ਕੋਈ ਮੇਰੇ ਨਾਲ ਹਰਕਤ ਕਰਦਾ ਹੈ ਨਾ ਤਾਂ ਮੈਂ ਉਹਨਾਂ ਨੂੰ ਦੁਆ ਸਲਾਮ, ਓਕੇ ਤੂੰ ਆਪਣੇ ਰਾਹ ਮੈਂ ਆਪਣੇ ਰਾਹ, ਬਸ। ਮੈਂ ਨਹੀਂ ਉਹਨੂੰ ਕਹਾਂਗਾ ਕਿ ਤੂੰ ਜੁਲਾਹਾ ਹੈ, ਤੂੰ ਕਮੀ ਹੈ, ਤੂੰ ਇਹ ਤੂੰ ਉਹ ਹੈ, ਨਾ ਜ਼ਰੂਰਤ ਹੀ ਨਹੀਂ ਹੈਗੀ। ਬਾਦਸ਼ਾਹ ਸਾਹਿਬ ਨੂੰ ਸਿਰਫ ਇਹੀ ਮੈਂ ਉਹਨਾਂ ਨਾਲ ਗੱਲ ਵੀ ਕਰਾਂਗਾ ਕਿ ਯਾਰ ਬਾਦਸ਼ਾਹ ਸਾਹਿਬ ਉਹਦੀ ਜਾਨ ਛੱਡ ਦਿਓ, ਲਾਨਤ ਪੇ, ਗੱਲ ਖਤਮ ਕਰੋ। ਸੈਫੀ ਭਾਈ ਇੱਕ ਗੱਲ ਛੋਟੀ ਜੀ ਹੋਰ ਆ ਕਿ ਜਿਵੇਂ ਬਹਿਰੀਨ ਨੂੰ WhatsApp ਚਲੋ ਬੰਦੇ ਸਨ, ਹੁਣ ਸਾਡੀਆਂ ਕਈ ਬਲਾਨਾਂ ਤੇ ਸਾਡੇ ਨਾਲ ਹੋਰ ਵੀ ਕਈ ਗੈਰ ਜਮਾਤ ਭਰਾ ਬਹਿੰਦੇ ਨੇ, ਤੇ ਫਿਰ ਉਹ ਅਗਰ ਜੇ ਕੱਲ ਨੂੰ ਉਹ ਵੀ ਫਿਰ ਇਹੀ ਕੁਛ ਕਰਨਗੇ ਫਿਰ ਕੀ ਕਰਨਾ? ਫਿਰ ਹੁਣ ਕੀ ਕਰ ਸਕਦੇ ਹਾਂ ਅਸੀਂ ਯਾਰ? ਉਹ ਸਾਡੇ ਮੁਖਾਲਫ ਨੇ, ਉਹਨਾਂ ਕੋਲ ਤਾਂ ਫਿਰ ਦੇਖੋ ਨਾ। ਹੁਣ ਅਸੀਂ ਅਗਰ ਕੋਈ ਬੰਦਾ ਮੇਰੇ ਨਾਲ ਕਰਦਾ ਹੈ, ਗੈਰ ਅਹਿਮਦੀ ਕਰਦਾ ਹੈ ਯਾਰ, ਮੈਂ ਤਾਂ ਕਹਿੰਦਾ ਕੋਈ ਅਹਿਮਦੀ ਵੀ ਕਰੇਗਾ ਨਾ, ਮੈਂ ਉਹਨੂੰ ਵੀ ਕਹਾਂਗਾ ਭਾਈ ਠੀਕ ਹੈ ਯਾਰ, ਤੂੰ ਡਾਢਾ ਹੈ ਯਾਰ, ਸਲਾਮ ਅਲੈਕੁਮ ਵਾਲੈਕੁਮ ਸਲਾਮ, ਠੀਕ ਹੈ ਨਾ। ਹੁਣ ਅਸੀਂ ਉਹਦੇ ਨਾਲ ਮੁਕਾਬਲੇ ਵਿੱਚ ਕਿਵੇਂ ਜਾ ਸਕਦੇ ਹਾਂ ਯਾਰ? ਮੁਕਾਬਲੇ ਵਿੱਚ ਤਾਂ ਜਾ ਹੀ ਨਹੀਂ ਸਕਦੇ। ਹੁਣ ਦੇਖੋ ਨਾ, ਇਹਨਾਂ ਨੇ ਉਹਨੂੰ ਜੁਲਾਹਾ ਕਿਹਾ, ਉਹ ਕਿੱਥੇ ਪਹੁੰਚਿਆ? ਉਹ ਅੱਲਾਹ ਤਾਲਾ ਇਹੀ ਤਾਂ ਫਰਮਾਂਦਾ ਹੈਗਾ ਕਿ ਇਹਨਾਂ ਦੇ ਖੁਦਾਵਾਂ ਨੂੰ ਵੀ ਬੁਰਾ ਨਾ ਆਖੋ, ਇਹ ਬੈਕ ਵਿੱਚ ਆ ਕੇ ਤੁਹਾਡੇ ਸੱਚੇ ਖੁਦਾ ਨੂੰ ਬੁਰਾ ਕਰਨਗੇ। ਬਿਲਕੁਲ, ਇਹ ਜ਼ਬਰਦਸਤ ਤੁਸੀਂ ਗੱਲ ਕਰਨਾ। ਸਾਡੀ ਗੱਲ ਇਹ ਆ ਯਾਰ, ਸਾਨੂੰ ਜਨਾਬ ਜੀ ਜਿੱਦਣ ਦਾ ਬਾਬਾ ਜੀ ਨੇ ਸਮਝਾਈ, ਠੀਕ ਹੈ, ਸਾਨੂੰ ਜਿੱਦਣ ਦੀ ਅਹਿਮਦ ਸਾਹਿਬ ਤੇ ਬਾਬਾ ਜੀ ਗੱਲ ਆ ਰਹੀ ਹੈ ਤੇ ਮੇਰੀ ਜਾਨ ਇੱਕ ਵਾਰੀ ਇਹਨੂੰ ਹੁਣ ਪਰਾਂ ਕਰ ਦਿਓ ਫੋਟੋ, ਫਿਰ ਅਗਲੀ ਕਰਨੇ ਆ ਕਰਨ ਦੇ ਨਾ ਕੱਪ ਸ਼ਪ ਲਾਉਣ ਡਏ ਆ, ਤੇ ਤੁਸੀਂ ਥੋੜੀ ਦੇਰ ਪਰਾਂ ਕਰ ਦਿਓ।
ਆਮਰ ਨਜ਼ੀਰ ਨੂੰ ਮਿਹਰਬਾਨੀ ਸਾਨੂੰ ਕਰੋ। ਸਾਰੀ ਵਿੱਚ ਵਿਖਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਸਾਨੂੰ ਕੋਈ ਮਸਲਾ ਨਹੀਂ ਹੈ, ਨਹੀਂ ਤਾਂ ਅਗਰ ਹਟਾ ਦਿਓ ਤਾਂ ਫਿਰ ਵੀ ਕਾਜੀ ਠੀਕ ਹੈ। ਸਾਹਿਬ ਜਿੱਦਣ ਦਾ ਸਾਨੂੰ ਜਿਹੜਾ ਨਾ ਆ ਬਾਬਾ ਜੀ ਨੇ ਤੇ ਅਹਿਮਦ ਸਾਹਿਬ ਨੇ ਗੁਰ ਦੱਸਿਆ ਨਾ, ਅਸੀਂ ਉਹ ਗੁਰ ਸਮਝ ਗਏ ਤੇ ਜਨਾਬ ਜੀ ਕੰਨੀ ਉਲੇੜ ਕੇ ਨਾ ਇੱਕ ਸਾਈਡ ਤੇ ਆਪਣਾ ਕੰਮ ਕਰਦੇ। ਅਲਹਮਦੁਲਿਲਾ, ਅੱਲਾ ਜ਼ਿੰਦਗੀ ਕਰੇ ਇਹਨਾਂ ਭਰਾਵਾਂ ਦੀ। ਸ਼ੁਕਰ ਅਲਹਮਦੁਲਿਲਾ, ਦੇਰ ਆਏ ਦਰੁਸਤ ਆਏ। ਉਹਨਾਂ ਨੂੰ ਵੀ ਅੱਲਾਹ ਤਾਲਾ ਅਕਲ ਦੇ ਦੇ, ਹਦਾਇਤ ਦੇ ਦੇ, ਉਹਨਾਂ ਤੱਕ ਵੀ ਭਰਾ ਕੋ ਪਹੁੰਚੇ ਜਿਨ੍ਹਾਂ ਦੀ ਗੱਲ ਉਹਨਾਂ ਦੇ ਦਿਲ ਚ ਉਤਰ ਜਾਏ। ਸਾਡੀ ਤਾਂ ਦਿਲੋਂ ਦੁਆ ਜੇ, ਖੁਸ਼ੀ ਥੋੜੀ ਹੈ ਸਾਨੂੰ ਕੋਈ। ਮੇਰੇ ਨਾਲ ਸਾਡੇ ਕੋਲ ਇੱਕ ਬੰਦਾ ਨਹੀਂ ਮੰਨਣ ਡਿਆ ਤੇ ਅਸੀਂ ਉਹਨਾਂ ਨੂੰ ਕਿਵੇਂ ਮਨਾ ਲਾਂਗੇ ਦੱਸੋ? ਇੱਕ ਬੰਦੇ ਦੇ ਦਿਲ ਚ ਵੀ ਗੱਲ ਉਤਾਰਨ ਲਈ ਕੋਈ ਭਰਾ ਪਹੁੰਚ ਜਾਏ, ਅੱਲਾ ਕਰੇ ਉਹਦੀ ਉਹ ਭਰਾ ਦੇ ਦਿਲ ਚ ਉੱਪੜ ਜਾਏ, ਤੇ ਦੁਆ ਹੀ ਕਰ ਸਕਦੇ ਆ ਨਾ। ਅੱਛਾ, ਹੁਣ ਕੋਈ ਸਿਲਸਿਲਾ ਮੁੱਕਾ ਹੈ ਕਿ ਨਹੀਂ? ਕੋਈ ਬਰਾੜ ਕਿਧਰੇ ਹੁਣ ਪੋਸਟਰ ਹਟਾਉਂਦੇ ਹੋ ਕਿ ਕੋਈ ਹੋਰ ਲਾਈਏ, ਕੋਈ ਤਬਲੀਗ ਵਾਲਾ ਜਾਂ ਹੁਣ ਕਹਿੰਦੇ ਆ ਕਿ ਅਲੀ ਅਕਬਰ ਭਾਈ ਇਹ ਕਹਿੰਦੇ ਆ ਕਿ ਹਲੇ ਕੋਈ 2 4 3 ਹੋਰ ਟੰਗਣੇ ਆ, ਤਾਹਾ ਸਾਹਿਬ ਕਹਿ ਰਹੇ ਆ। ਤਾਂ ਹੁਣ ਮੇਰੇ ਖਿਆਲ ਪੈਗਾਮ ਜਿੱਥੇ ਜਿੱਥੇ ਪਹੁੰਚਾਉਣਾ ਸੀ ਬਹਿਰੇਨ ਨੂੰ ਵੀ ਪਹੁੰਚ ਗਿਆ, ਉੱਥੇ ਜਿੱਥੇ ਪਹੁੰਚਾਉਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਪਹੁੰਚ ਗਿਆ ਹੈਗਾ। ਬੜਾ ਤਸੱਲੀ ਬਖਸ਼ ਐਦਾਂ ਲਾਈਟਾਂ ਬਾਲ ਦਿਓ ਤੇ ਇੱਥੇ ਕੋਈ ਬੁਲਾਉਂਦਾ ਰਗਸ ਬੁਲਾ ਲਓ ਹੁਣ ਥੋੜੀ ਦੇਰ ਵਾਸਤੇ ਨਾ, ਤੇ ਪੋਸਟਰ ਹਟਾ ਦਿਓ, ਇੰਨਾ ਹੀ ਬੜਾ ਹੁੰਦਾ। ਸਰਕਾਰ ਆਪਣੇ ਬੰਦੇ ਦਾ ਵੀ ਥੋੜਾ ਜਿਹਾ ਚਲੋ ਹੋ ਗਿਆ, ਸਿਲਸਿਲਾ ਹੋ ਗਿਆ। ਵੈਸੇ ਤੇ ਮੈਂ ਤੇ ਇਸ ਹੱਕ ਚ ਨਹੀਂ ਸੀ, ਲੇਕਿਨ ਤੁਸੀਂ ਕੀਤਾ, ਚਲੋ ਤੁਹਾਡੀ ਵੀ ਸਿਹਤ ਦਾ ਪ੍ਰੋਬਲਮ ਹੈ ਤੇ ਸ਼ੂਗਰ ਬਲੱਡ ਪ੍ਰੈਸ਼ਰ ਵੀ ਤਾਂ ਕੰਟਰੋਲ ਕਰਨਾ ਹੁੰਦਾ ਹੈ ਨਾ ਫਿਰ ਥੋੜ੍ਹਾ। ਗੱਲ ਕਰਨਾ। ਮੈਨੂੰ ਯਾਰ ਇੱਕ ਗੱਲ ਦੱਸੋ ਤਾਹਰ ਸਾਹਿਬ, ਤੁਸੀਂ ਸੁਣ ਰਹੇ ਹੋ, ਇਹ ਸਾਨੂੰ ਕਿਉਂ ਨਹੀਂ ਕ੍ਰੈਡਿਟ ਦਿੱਤਾ ਮਜ਼ਲੂਮ ਸ਼ਾਹ ਸਾਹਿਬ ਨੇ ਲਾਈਵ ਲਵਾਉਣ ਦਾ? ਹਾਂਜੀ, ਇਹ ਸ਼ਾਹ ਸਾਹਿਬ ਦੀ ਇੰਨੀ ਥੋੜੀ ਮਿਹਰਬਾਨੀ, ਵੇਖ ਲਓ ਕਿੰਨੇ ਕਿੰਨੇ ਘੰਟੇ ਬਾਦਸ਼ਾਹ ਬਰਦਾਸ਼ਤ ਕਰਦੇ ਨੇ। ਅਗਲੇ ਚੰਗੀ ਭਲੀ ਸੀਟ ਦਿੰਦੇ ਨੇ ਗਰਮ ਕਰਕੇ। ਪਿਆਰੇ ਬੰਦੇ ਨੇ ਯਾਰ, ਹਲਕਾ ਫੁਲਕਾ। ਤੁਸੀਂ ਸ਼ੁਕਰ ਕਰੋ ਕਿ ਸਾਨੂੰ ਇੱਥੇ ਤਾਰ ਭਾਈ ਆਰਾਮ ਨਾਲ ਬਹਿ ਬੋ ਲੈਂਦੇ ਆ। ਉਹ ਵਸੂਮ ਸਾਹਿਬ ਜਿਹੜੇ ਆਪਣਾ ਇਹਨਾਂ ਨੇ ਪਵਾ ਦੇਣੀਆਂ ਸ਼ਾਹ ਸਾਹਿਬ ਜਿਹੜੇ ਉਹਨਾਂ ਦੇ ਕਤਲ ਦਾ ਫਤਵਾ ਲੱਗਾ ਸੀ, ਇਹ ਹਿਸਾਬ ਲਾ ਲਓ ਤੁਸੀਂ। ਸਾਹਿਬ ਤੁਸੀਂ ਦੱਸੋ ਕੀ ਕੰਮ ਕਰੋ, 1122 ਕੋਲੋਂ ਲਓ ਰਿਕਾਰਡਿੰਗਾਂ, ਤੁਸੀਂ ਰਿਕਾਰਡਿੰਗਾਂ ਲੈ ਕੇ ਨਾ ਤੇ ਤੁਸੀਂ ਇੱਥੇ ਲਾਓ ਬਹਿਰੀਨ ਦੇ ਉੱਤੇ। ਤੁਹਾਨੂੰ ਮੈਂ ਪਰਸੋਂ ਵੀ ਕਿਹਾ ਸੀ ਕਿ ਮੈਂ ਪਿਛਲੇ 2-4 ਮਿੰਟ ਤੋਂ ਬੁਖਾਰੀਆਂ ਖੋਲਦਾ ਸੀ, ਹੁਣ ਮੈਂ ਅਸੂਲੇ ਕਾਫੀ ਖੋਲਣਾ ਚਾਹੁੰਦਾ ਵਾਂ। ਸ਼ੀਆਂ ਦੀਆਂ ਬੁੱਕਾਂ ਨਾ, ਸ਼ੀਆਂ ਦੀ ਬੁੱਕਾਂ ਵਿੱਚੋਂ ਹੁਣ ਜ਼ਰਾ ਮੌਲਾ ਅਲੀ ਤੇ ਅਟੈਕ ਕਰਨੇ ਨੇ, ਤੇ ਉਹ ਤੁਸੀਂ ਜ਼ਰਾ ਨਾ ਕਿਤਾਬਾਂ ਤੁਸੀਂ ਬਹਿਰੇਨ ਤੇ ਬਰਾੜ ਲਾਇਆ ਕਰੋ। ਅਸੀਂ ਇਹਨਾਂ ਨੂੰ ਛਿਲੀਏ ਜ਼ਰਾ, ਆਮਰ ਨਜ਼ੀਰ ਨੂੰ ਤੇ ਬਹਿਰੇਨ ਨੂੰ ਕਿਸੇ ਦਿਨ ਬਹਿ ਕੇ, ਉਹ ਵੇਖਣਾ। ਪਿਆਰੀ ਗੱਲ ਕੀਤੀ ਹੈ ਤੁਸੀਂ ਅਲੀ ਅਕਬਰ ਸਾਹਿਬ, ਬਹੁਤ ਪਿਆਰੀ ਗੱਲ ਕੀਤੀ ਹੈ। ਸਾਨੂੰ ਉਹਨੂੰ ਬਹਿਰੀਨ ਨੂੰ ਸਾਨੂੰ ਹੁਣ ਕਟਹਿਰੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਤੇ ਉਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਚਾਹੀਦੇ ਨੇ ਜਿਹੜੇ ਸਾਡੇ ਜ਼ਿਹਨਾਂ ਵਿੱਚ। ਹਾਜੀ ਸਾਹਿਬ ਆਏ, ਉਹਨਾਂ ਨਾਲ ਵੀ ਗੱਲ ਕਰ ਲਓ। ਹਾਜੀ ਸਾਹਿਬ ਕਿੱਥੇ ਨੇ? ਜੱਗਾ ਸਾਹਿਬ ਉਹ ਸੁੱਤੇ ਨੇ ਹਲੇ, ਉਹਨਾਂ ਸੁੱਤਾ ਰਹਿਣ ਦਿਓ। ਅੱਛਾ, ਤੇ ਉਹ ਨਾ ਕਲੇ ਤਾਂ ਤੁਸੀਂ ਨਾ ਇਹਦੇ ਤੇ ਲਾਇਆ ਕਰੋ, ਬਜਾਏ ਸੇ ਕਿ ਆਪਣੇ ਕਿਸੇ ਬੰਦੇ ਦਾ ਤੁਸੀਂ ਨਾਲਾ ਖੋਲ ਦਿੰਦੇ ਹੋ ਪੜ ਕੇ। ਤੁਸੀਂ ਇਹਨੂੰ ਪੁੱਛਣਾ ਚਾਹੀਦਾ ਹੈ ਸੁਲੇ ਕਾਫੀ ਦਾ, ਜਦ ਤੁਸੀਂ ਹਜ਼ਰਤ ਅਬੂ ਤਾਲਿਬ ਦਾ ਹਵਾਲਾ ਪੜ੍ਹਿਆ, ਜਿਹੜਾ ਹਜ਼ਰਤ ਇਮਾਮ ਬਾਕਰ ਤੋਂ ਉਹ ਹੈ ਨਰੇਟਿਡ ਹੈ, ਇਹ ਤੂੰ ਸਵਾਲ ਕਰਨਾ ਚਾਹੀਦਾ ਇਸ ਬਾਰੇ ਵਿੱਚ। ਜਦੋਂ ਤਾਇਆ ਨੇ ਬਰਾੜ ਲਾਏ ਨਾ ਨਾਸਰ ਸਾਹਿਬ ਪੜ੍ਹਦੇ ਬੰਦੇ 60-70 ਹੋ ਗਏ। ਇੱਥੇ ਬਹਿਰੀਨ ਦੀ ਲਾਣੀ ਤਾਂ ਉਹਨਾਂ ਨੂੰ ਪਤਾ 5 ਬੰਦੇ ਆਣੇ ਕਰਨੇ ਨੇ। ਹਾਫ ਸਾਹਿਬ ਉਹ ਬੈਠੇ ਹੋਏ ਨੇ ਥੱਲੇ ਸੋ ਰਹੇ ਨੇ। ਰਾਜ ਸਾਹਿਬ ਤੁਸੀਂ ਮੇਰਾ ਸ਼ੇਰ ਨਹੀਂ ਪੜਿਆ? ਮੈਂ ਪੜਿਆ ਤੇ ਆਇਆ ਸੀ ਥੱਲੇ ਇੱਕ ਸ਼ੇਰ, ਲੇਕਿਨ ਮੈਂ ਨਾਲ ਇੱਕ ਫੋਨ ਹੀ ਆਇਆ ਸੀ ਨਾ। ਨਹੀਂ ਦੱਸੋ ਲੈ ਦੋ, ਸੁਣਾ ਹੀ ਦਿਓ। ਨਹੀਂ ਹਾਫ ਸਾਹਿਬ ਪੜਨਗੇ ਤਾਂ ਠੀਕ ਹੈ ਨਾ। ਉਹ ਕਿੱਥੇ ਉੱਤੇ ਚਲਾ ਗਿਆ ਹੋਣਾ ਹੁਣ ਕਿਤੇ ਲੈ ਉਹਨਾਂ ਨੂੰ ਹੱਥ ਫੇਰ ਕੇ ਪੜਨਾ ਪੈਣਾ ਬਾਬਾ ਜੀ, ਹਾਫਿਜ਼ ਨੂੰ ਹੱਥ ਫੇਰ ਕੇ ਪੜਨਾ ਪੈਣਾ। ਕਿਹੜੀ ਆईडी तो लिखे है जे? इसमें कितने ऐब हैं ये तेरा मसला नहीं, तो जिनका है जवाब दे वो काम बार बार कर। ऐ कह रहे हो? ये तो डीप मोटिव ने लिखे है सी। लो जी, काम सारा शांति हो गई है। अपना अपना सारे थल्ले वाले भांग पोसरा चुको तो निकलने दी करो, काम शांत हो गया इत्थे। शहनशाह मतलब कि ना शहनशाह, ये अली अकबर साहब बड़ा ਕਿਸੇ ਜ਼ਮਾਨੇ ਵਿੱਚ ਬੜਾ ਨਾਈਸ ਬੰਦਾ ਹੁੰਦਾ ਸੀ, ਆਪਣੀ ਸ਼ਕਲ ਦੇ ਬਿਲਕੁਲ ਮੁਖਾਲਫ ਸੀ, ਮੁਤਜ਼ਾਦ ਸੀ ਇਹ ਬੰਦਾ। ਹਾਂਜੀ, ਇੰਨੀਆਂ ਗੱਲਾਂ ਕਰਦਾ ਹੁੰਦਾ ਸੀ ਇਹ,
ਪਰ ਹੁਣ ਇਤਨਾ ਗਲੀਜ਼ ਹੋ ਗਿਆ ਮੈਂ ਹੈਰਾਨ ਹੋ ਜਾਂਦਾ ਇਹਦਾ ਲੈਵਲ ਗਿਰਨ ਦਾ ਲੈਵਲ ਵੇਖ ਕੇ। ਇਹ ਥੱਲੇ ਇੱਕ ਨੱਚਣ ਦਾ ਬੱਚਾ ਬੈਠਾ ਜ਼ਾਹਿਰ ਜਮੀਲ, ਓਏ ਹੋਏ ਹੋਏ ਉੱਤੇ ਆ ਖਾਨਗੀ ਦੇ ਬੱਚੇ, ਤੇਰੀ ਭੈਣ ਉੱਤੇ ਆ। ਕੱਲ ਬੜਾ ਕੁੱਤਿਆਂ ਕੋ ਭੌਂਕਣ ਡਿਆ ਸੀ ਆਰਾਮ ਦੇ, ਉੱਤੇ ਆ ਮਲਕ ਕੋਲ ਬਹਿ ਕੇ ਤੈਨੂੰ ਸੁਟਾਇਆ ਨਾ ਥੱਲੇ। ਆ ਵੀ ਜਾ ਜ਼ਮੀਨ ਥੱਥੇ ਉੱਥੇ ਮੈਂ ਫਿਰ ਘੱਲਿਆ ਅਹਿਮਦ ਸਾਹਿਬ ਨੂੰ, ਅਹਿਮਦ ਸਾਹਿਬ ਫਿਰ ਗਏ ਨਾ ਹਾਫਿਜ਼ ਆਸਮ ਮੁਨੀਰ ਬਣ ਕੇ, ਉੱਥੇ ਨਾ ਜਾ ਕੇ ਦੋਵਾਂ ਥੱਲੇ ਸੁੱਟਿਆ, ਇਹਨੂੰ ਜ਼ੈਦ ਜਮੀਲ ਨੂੰ ਤੇ ਅਬਾਬੀਲ ਨੂੰ। ਯਕੀਨ ਕਰੋ ਮਲਕ ਸਾਹਿਬ ਦਮ ਲਾ ਕੇ ਸੌਂ ਜਾਂਦੇ ਨੇ ਤੇ ਇਹ ਭੌਂਕੀ ਜਾ ਰਹੇ ਸੀ, ਦੋਵੇਂ ਕੁੱਤਿਆਂ ਕੋ ਭੌਂਕੀ ਜਾ ਰਹੇ ਸੀ ਮਲਕ ਮਾਨ ਦੀ ਬਰਾੜ ਤੇ ਬਹਿ ਕੇ। ਉਹ ਮੈਂ ਇਹਨਾਂ ਨੂੰ ਫੋਨ ਕੀਤਾ, ਯਾਰ ਮੈਂ ਮੋੜ ਨਹੀਂ ਹੈਗਾ, ਜਾ ਕੇ ਜ਼ਰਾ ਆਪਰੇਸ਼ਨ ਕਰੋ। ਇਹਨਾਂ ਨੇ ਫਿਰ ਜਾ ਕੇ ਇਹਨਾਂ ਨੂੰ ਮਾਰੇ ਸ਼ਰੇ ਦੋਵਾਂ ਆਰਾਮ ਦੇ। ਹੁਣ ਥੱਲੇ ਬੈਠਾ ਉੱਤੇ ਆ ਗੱਲਾਂ ਕਰੀ ਆ ਜਾ। ਹੁਣ ਉਹ ਹਿੰਮਤ ਨਹੀਂ ਹੈਗੀ ਨਾ, ਹੁਣ ਥੱਲੋਂ ਡਿਕਲਾਈਨ ਕਰ ਦਿੰਦਾ, ਉੱਤੇ ਨਹੀਂ ਆਉਂਦਾ। ਇਹ ਥੱਲੇ ਦੂਸਰਾ ਵੀ ਬੈਠਾ ਜੀ, ਉਹ ਕੀ ਨਾਂ ਜਿਹੜਾ ਹੁੰਦਾ, ਆਮਨ ਅਲ ਅਜ਼ੀਜ਼ਾ, ਇਹਦਾ ਨਾਮ ਇਹਨੂੰ ਭੁੱਲ ਗਿਆ। ਜ਼ਿਆ ਰਸੂਲ। ਜ਼ਿਆ ਰਸੂਲ। ਆਓ ਤੁਹਾਡੀ ਖਤਮ ਨਬੂਵਤ ਪਾੜ ਕੇ ਮੈਂ ਤੁਹਾਡੇ ਪਿਛਵਾੜੇ ਦੇਵਾਂ, ਆ ਜਾਓ। ਤੁਹਾਡੀ ਖਤਮ ਨਬੂਵਤ ਲੀਰਾ ਲੀਰਾ ਜ਼ਿਆ ਕਰਕੇ ਰਸੂਲ ਆ ਜਾ, ਤੇਰਾ ਚੰਦਾ ਇਕੱਠਾ ਕਰਕੇ ਤੇ ਤੈਨੂੰ ਮਦਰਸ ਲਈ ਦੀ ਆ ਗਏ ਨੇ ਜੀ ਜ਼ਿਆ ਰਸੂਲ। ਹੋਰ ਆਪਣੀ ਖਤਮ ਨਬੂਵਤ, ਤੇਰੀ ਖਤਮ ਨਬੂਵਤ ਪਾੜਾਂ ਸਾੜਿਆ ਮੈਂ ਜੀ। ਗੱਲ ਜ਼ਰਾ ਥੋੜੀ ਜੀ ਧੰਮਲ ਨਹੀਂ ਕਰਿਓ ਆਪਣੇ। ਅੱਛਾ ਵੇਖ ਲੈਂਦੇ ਆ ਕੌਣ ਕਿਹਦੀ ਪਾੜਦਾ ਹੈ, ਤੇ ਇਹ ਪਹਿਲੇ ਇਹਦੇ ਕੋਲ ਪੁੱਛ ਲਾ ਵੀ ਪੁੱਛਣਾ ਨਹੀਂ, ਸਿਰਫ ਮਾਈਕ ਨਹੀਂ ਨਾ ਬੰਦ ਕਰਨਾ, ਅੱਬੇ ਦਾ ਮਾਈਕ ਨਹੀਂ ਬੰਦ ਕਰਨਾ, ਉਹਨੂੰ ਬਰਦਾਸ਼ਤ ਕਰਨਾ। ਬਰਦਾਸ਼ਤ ਕਰ ਬੜਾ ਕਮਾਲ ਕੇ ਉੱਤੇ ਬੁਲਾਇਆ ਹੀ ਤੇ ਅੱਬੇ ਨੂੰ ਬਰਦਾਸ਼ਤ ਵੀ ਕਰਨਾ। ਜ਼ਿਆ ਰਸੂਲ ਸਾਹਿਬ ਮੈਂ ਤੇਰੀ ਇੱਥੇ ਲੀਰੋ ਲੀਰ ਜਿਹੜੀ ਕਰਨੀ ਹੈ ਨਾ, ਜਾਣ ਨੇ ਵੇਖਣਾ ਤੂੰ ਕੌਣ ਹੈਗਾ, ਤੇ ਮਾਈਕ ਨਾ ਬੰਦ ਕਰੀ। ਹੁਣ ਕਾਰ ਕੀ ਕਰਨਾ ਹੀ ਦੱਸ, ਕੀ ਕਰਨਾ ਹੀ ਦੱਸ। ਸਾਰੇ ਨਾ ਕੀ ਕਰਨਾ ਮਾਈਕ ਕਿਉਂ ਅੱਬੇ ਦਾ ਬੰਦ ਨਾ ਪਾੜ ਤੇ ਭਾਰ ਪਾ। ਓਏ ਕੁੱਤੀ ਦੇ ਬੱਚਿਆ, ਭੈਣ ਚੋਦਾ ਤੇਰੀ ਭੈਣ ਨਾਲ ਜ਼ਨਾ ਕਰਾਂ। ਚੁੱਪ ਕਰਕੇ ਬੈ ਦਿੱਲੀ ਦੇ ਦੱਗਰ ਦਿੱਲੀ ਦੇ ਬੱਚਿਆ, ਚੁੱਪ ਕਰ। ਤੇਰੀ ਜ਼ੋਰ ਤੇ ਮਾਈਕ ਖੋਲਣ ਦੀ ਜ਼ਿਆ ਰਸੂਲ ਸਾਹਿਬ ਭੌਂਕੋ ਜੀ ਮਾਈਕ ਦੋ ਬੰਦ ਕਰ ਰਿਹਾ। ਚੁੱਪ ਕਰਕੇ ਬੈ ਆਰਾਮ ਦੇ। ਬੋਲੋ ਜ਼ਿਆ ਰਸੂਲ ਸਾਹਿਬ। ਓਏ ਤੇਰੀ ਭੈਣ ਨੂੰ ਲੋਲ ਬੰਦ ਕਰ ਰਿਹਾ ਹੁਣ। ਅਕਾਬਰੀਨ ਤਾਂ ਨਹੀਂ ਜਾਣਾ, ਅਕਾਬਰੀਨ ਮਾਈਕ ਨਾ ਬੰਦ ਕਰ। ਚੁੱਪ ਕਰ ਮਾਈਕ। ਇੱਕ ਗੱਲ ਕਰੋ ਜੀ ਅਕਬਰ ਸਾਹਿਬ, ਤੁਸੀਂ ਗੱਲ ਕਰੋ ਜੀ ਇਹਦੇ ਨਾਲ ਜ਼ਿਆ ਰਸੂਲ ਸਾਹਿਬ ਇਹਨੇ ਬਾਕੀ ਕੋਈ ਦੋਸਤ ਨਾ ਬੋਲੇ। ਉਹ ਲੱਤਾਂ ਬੜੀ ਇਹਦੀਆਂ। ਇਹਦੇ ਨਾਲ ਗੱਲ, ਮਾਈਕ ਨਾ ਬੰਦ ਕਰੋ ਹੁਣ, ਮਾਈਕ ਨਾ ਬੰਦ ਕਰੋ ਇਹਨਾਂ ਗੱਲ, ਮਾਈਕ ਨਾ ਬੰਦ ਕਰੋ ਹੁਣ, ਮਾਈਕ ਨਾ ਬੰਦ ਕਰੋ, ਇਹਨਾਂ ਗੱਲ ਕਰ ਲੈਣ ਦਿਓ। ਚੁੱਪ ਕਰ। ਮੈਂ ਤੂੰ ਗੱਲ ਮੈਂ ਤੇ ਉੱਤੇ ਅੱਛਾ ਗੱਲ ਸੁਣ ਨਾ ਪਹਿਲੇ ਤੁਹਾਡੀ ਜ਼ਿੰਮੇਵਾਰੀ ਹੈ। ਜ਼ਿਆ ਰਸੂਲ ਸਾਹਿਬ ਵੀਡੀਓ ਕੋਈ ਚਲਾਣੀ, ਗੱਲ ਕਰੋ ਇੰਜ ਗੱਲ ਕਰੋ। ਪਹਿਲੇ ਗੱਲ ਸੁਣ, ਮੈਂ ਤੈਨੂੰ ਕੋਈ ਵੀਡੀਓ ਨਹੀਂ ਚਲਾ ਰਿਹਾ, ਮੈਂ ਕਿਹਾ ਤੈਨੂੰ ਉੱਤੇ ਬੁਲਾਇਆ ਕਿ ਆਪਣੀ ਕਿਉਂ ਬੰਦ ਬੌਂਡ ਕਰ ਰਹੇ ਹੋ ਮਾਈਕ, ਕਿਉਂ ਬੰਦ, ਗੱਲ ਸੁਣ ਨਾ ਬੋ ਤੇਰਾ ਮਾਈਕ ਖੋਲ ਦੇ ਪਹਿਲੇ ਗੱਲ ਸੁਣ। ਮਾਈਕ ਕਿਉਂ ਬੰਦ ਕਰ ਰਿਹਾ ਹੁਣ, ਗੱਲ ਸੁਣ ਲੈ ਦਿੰਨੇ ਆ ਮੌਕਾ, ਦਿੰਨੇ ਆ ਜ਼ਿਆ ਰਸੂਲ ਸਾਹਿਬ ਮੌਕਾ ਦਿੰਨੇ ਆ ਤੈਨੂੰ ਉੱਤੇ, ਤੈਨੂੰ ਚਲੋ ਕਰ ਲੈਣ ਦਿਓ ਗੱਲ, ਫਿਰ ਕਰੋ। ਤੂੰ ਉੱਤੇ ਆ, ਤੇਰੀ ਮੈਂ ਖਤਮ ਨਬੂਵਤ ਪਾ ਕੇ ਤੇਰੀ ਬੌਂਡ ਚ ਦਵਾਂ, ਬੌਂਡ ਅੱਗੇ ਕਰ, ਖਤਮ ਨਬੂਵਤ ਪਾਵਾਂ ਤੇਰੀ ਬੌਂਡ ਦੇ ਵਿੱਚ। ਤੈਨੂੰ ਬੋਲਣ ਦੀ ਇਜਾਜ਼ਤ ਕੋਈ ਨਹੀਂ ਹੈਗੀ ਇੱਥੇ, ਠੀਕ ਹੈ? ਤੂੰ ਇੱਥੇ ਬੋਲਣਾ, ਤੇਰੀ ਕੁੱਤੀ ਦੇ ਬੱਚਿਆ ਚੁੱਪ ਕਰਕੇ ਬੈ। ਮਾਈਕ ਬੰਦ ਕਰਕੇ ਭੌਂਕ ਸਕਦਾ, ਚੁੱਪ ਕਰਕੇ ਬੈ। ਤੇਰੀ ਚੂੜਿਆ ਔਕਾਤ ਹੀ ਨਹੀਂ ਹੈ। ਉਹ ਚੁੱਪ ਕਰਕੇ ਬੈ ਆਰਾਮ ਦੇ। ਤੇਰੇ ਗਿੱਟਿਆਂ 'ਚ, ਚੁੱਪ ਕਰਕੇ ਬੈ ਆਰਾਮ ਦੇ। ਤੇਰੇ ਗਿੱਟਿਆਂ 'ਚ ਪਾਣੀ ਨਹੀਂ ਹੈ, ਤੂੰ ਗੱਲ ਕਰ ਸਕੇ। ਤੇਰੇ ਗਿੱਟਿਆਂ 'ਚ ਪਾਣੀ ਨਹੀਂ ਸਾੜਾ ਮੇਰਾ ਭੈਣ ਜਾ ਕੇ। ਇਹਦਾ ਮਾਈਕ ਕਿਉਂ ਬੰਦ ਕਰਨਾ ਪਿਓ, ਦਗੜ ਦੇ ਜੇ ਬੱਚੇ ਚੁੱਪ ਕਰਕੇ ਬੈ। ਹੁਣ ਮਾਈਕ ਕਿਉਂ ਬੰਦ ਕਰ, ਚੁੱਪ ਕਰਕੇ ਬੈ। ਤੂੰ ਚੁੱਪ ਕਰ ਚੂੜਿਆ। ਆਰਾਮ ਦੇ। ਚੁੱਪ ਕਰ ਰਿਹਾ ਨਾ ਬਰਦਾ, ਚੁੱਪ ਕਰ। ਖਾਨ ਹੁਣ ਬਰਦਾ ਬੜੇ ਮਾਰੀ ਸੀ ਖਾਂਡੂ ਬੋਂਡਾ, ਚੁੱਪ ਕਰ। ਤੈਨੂੰ ਉੱਤੇ ਆ ਗਿਆ, ਉੱਤੇ ਹੁਣ ਪਿਓ ਤੇਰਾ। ਤੇਰੀ ਭੈਣ ਨਾਲ ਜ਼ਨਾ ਕਰਨਾ। ਹੁਣ ਮਾਈਕ ਨਾ ਬੰਦ ਕਰਨਾ, ਚੁੱਪ ਕਰਕੇ ਬੈ। ਗਾਂਡੂ ਨਾ ਹੋਵੇ ਤੇ ਤੇਰੀ ਔਕਾਤ ਗੱਲ ਕਰ ਉੱਤੇ ਅੱਬੇ, ਤੇਰੀ ਔਕਾਤ ਹੈ। ਤੇਰੀ ਚੋਣ ਲੱਗ ਪਈ ਹੈ ਥੱਲੇ, ਇਹਨੂੰ ਇੱਜ਼ਤ ਰਾਸ ਨਹੀਂ ਹੈ, ਪਿਸ਼ਾਬ ਨਿਕਲ ਗਈ ਤੇਰਾ ਚੂੜਿਆ। ਇੱਜ਼ਤ ਰਾਸ ਨਹੀਂ ਹੈ, ਵੱਡੀ ਸੀਟ ਦਿੱਤੀ ਹੈ। ਆ ਦਿਓ ਥੱਲੇ, ਤੁਹਾਨੂੰ ਬੜੀ ਕੁੱਤੀ ਦਾ ਬੱਚਾ ਨਹੀਂ ਬੈ ਕਰਨ ਬੈ, ਇੱਥੇ ਚੰਦਾ ਇਕੱਠਾ ਕਰ, ਮਦਰਸੇ ਲਈ ਚੰਦਾ ਲਾ ਕੇ ਮਾਈਕ ਬੰਦ ਕਰਕੇ ਮਦਰਸੇ ਲਈ ਚੰਦਾ ਲਾ ਕੇ ਜਾ। ਸੈਫੀ ਸਾਹਿਬ ਕਿੰਨੇ ਡਾਲਰ ਦਿੰਦੇ ਨੇ ਇਹਨੂੰ? ਮਾਈਕ ਬੰਦ। ਆਹੋ ਤੇ ਚੁੱਪ ਕਰਕੇ ਬੈ ਨਾ, ਸਾਡੀ ਗੱਲ ਵੀ ਸੁਣ ਲੈ। ਓਏ ਇੱਕ ਮਿੰਟ ਦਿਓ, ਉਹ ਗੱਲ ਸੁਣ। ਆਇਆ ਤੂੰ ਆਂਦੇ ਸਾਰੀ ਵਹੂ ਕਰਨ ਲੱਗ ਗਿਆ, ਇਨਸਾਨ ਦੇ ਬੱਚਿਆਂ ਦੀ ਤਰ੍ਹਾਂ ਆ ਵੀ ਕੋਈ ਗੱਲ ਵੀ ਹੁੰਦੀ, ਤਮੀਜ਼ ਨਾਲ ਗੱਲ ਕਰਨੀ ਇਨਸਾਨਾਂ ਤਰ੍ਹਾਂ ਹੁੰਦੀ। ਕਰੇਗਾ, ਉੱਤੇ ਆ ਕੇ ਤੂੰ ਕੀ ਪੱਟ ਲਿਆ? ਉੱਤੇ ਆ ਗਿਆ ਤੂੰ ਹੈ। ਅੰਨੇ ਕੁਝ ਪਟਣਾ ਸੀ ਜਿਹੜੇ ਉੱਤੇ ਬੈਠਾ, ਮੈਂ ਤਾਂ ਕੋਈ ਗੱਲ ਨਹੀਂ ਕੀਤੀ। ਤੇਰੇ ਨਾਲ ਗੱਲ ਕਿਵੇਂ ਕਰਾਂਗੇ? ਆ ਦੇ ਮੈਂ ਤਮੀਜ਼ ਨਾਲ ਗੱਲ ਕਰੇ, ਬਰੇਲਵੀ ਕੁੱਤਾ ਨਾ ਬਣ, ਤੂੰ ਇਨਸਾਨ ਦਾ ਬੱਚਾ ਬਣ। ਕੀਤੀ ਉਹ ਗੁਸਤਾਖੀ ਦਾ ਪੁੱਛੋ ਨਾ ਇਹਨੇ ਤੂੰ ਇਨਸਾਨ ਦਾ ਬੱਚਾ ਬਣ। ਗੱਲ ਕਰਨ ਦੀ ਜਵਾਬ ਲੈ ਲਓ, ਜਿੰਨੇ ਗੱਲ ਕਰਨੀ ਆ ਤੂੰ ਆ ਕੇ ਉੱਤੇ ਆ ਕੇ ਹੁਣ ਜੇ ਭੌਂਕਣ ਲੱਗੇਗਾ, ਬਕਵਾਸ ਕਰੇਗਾ ਤੇ ਫਿਰ ਐਵੇਂ ਹੀ ਹੋਏਗਾ ਨਾ।
ਕੋਈ ਨਹੀਂ ਸਾਫੀ ਨਹੀਂ ਭਾਈ ਤੁਸੀਂ ਸਾਰਾ ਕਰੋਗੇ ਹੋਇਆ ਤੇ ਮੈਂ ਤੁਹਾਡੇ ਮੈਂ ਤੁਹਾਡਾ ਵੀ ਕਰਦਾ। ਮੂੰਹ ਮੈਂ ਤੁਹਾਡਾ ਵੀ ਹੈਂ? ਪਿਛਵਾੜਾ ਲਾਲ ਕਰ ਦਿਆਂਗਾ ਜੇ ਤੁਸੀਂ ਤੇਰਾ ਯਾਰ, ਮੈਂ ਪਿਛਵਾੜਾ ਸਾਹਿਬ ਲਾਲ ਨਹੀਂ ਤੁਹਾਡੇ ਨਾਲ ਕਰਨਾ ਵੀ ਇੱਥੇ ਕੋਈ ਤੇਰਾ ਮੈਂ ਲਾਲ ਨਹੀਂ ਕਰਦਾ, ਤੇਰਾ ਮੈਂ ਬਣਾ ਕੇ ਤੁਸੀਂ ਬਹਿ ਗਏ ਹੋ ਤੇਰਾ ਤੁਸੀਂ ਮੈਂ ਸਮਝਦੇ ਹੋ ਲਾਲ ਕਿ ਨਹੀਂ ਬਦਮਾਸ਼ ਕਰਨਾ ਬਣ ਹੈਗਾ, ਗਏ ਹੋ। ਤੇਰਾ ਮੈਂ ਬਰੇਲਵੀ ਸਾਫੀ ਸਾਹਿਬ ਕੁੱਤਿਆ ਚੁੱਪ ਕਰੋ ਆਰਾਮ ਨਾਲ ਮੈਂ ਗੱਲ ਗੱਲ ਕਰਨੀ ਕਰਦਾ ਇਹਦੇ ਨਾਲ ਤਮੀਜ਼ ਨਾਲ ਗੱਲ ਕਰ ਇੱਥੇ ਤੂੰ ਆਲਾ ਕੋਈ- ਹਜ਼ਰਤ ਦੀ ਕੋਈ ਸੁਨਨਤ ਉੱਤੇ ਇੱਥੇ ਕਿਉਂ ਅਮਲ ਰਹਿਤ ਕਰਦਾ ਨਹੀਂ ਹੈ, ਆ, ਗਾਲਾਂ ਮਨਜੀਤ ਨਾ ਕੱਢਦਾ ਹੈ। ਸਮਝਿਓ ਵੀ ਤੁਹਾਡੇ ਨਾਲ ਪੋਲੀ ਪੋਲੀ ਗੱਲ ਕਰ ਤੇ ਜਾਏਗਾ ਤੇਰੇ ਨਾਲ ਅਸੀਂ ਪੋਲੀ ਪੋਲੀ ਗੱਲ ਕਰਦੀ ਆ। ਲੜਾਈ ਤੇ ਨਾ ਨਹੀਂ ਸੀ ਸੱਟਣਾ ਉੱਤੇ ਚੂੜਿਆ ਉੱਤੇ ਤੂੰ ਬੜਕ ਮਾਰੀ ਤਮੀਜ਼ ਨਾਲ ਗੱਲ ਕਰਦਾ, ਤੂੰ ਤਮੀਜ਼ ਨਾਲ ਗੱਲ ਉੱਤੇ ਕਰ। ਆਇਆ ਹੁਣ ਸਾਰੇ ਦੀ ਲੱਤਾਂ ਤੂੰ ਆਲਾ ਲੱਗ ਪਈਆਂ। ਹਜ਼ਰਤ ਤੂੰ ਹੁਣ ਗੱਲ ਕਰ ਲੜਾਈ ਤੂੰ ਨਾ ਖਤਮ, ਆਲਾ ਲੜਾਈ ਹਜ਼ਰਤ ਖਤਮ। ਦੀ ਸੁਨਨਤ ਨਾ ਪੂਰੀ ਕਰ, ਤਮੀਜ਼ ਨਾਲ ਗੱਲ ਕਰ। ਸਾਫੀ ਤੂੰ ਸਾਹਿਬ ਮਿਰਜ਼ੇ ਦੀ ਨਾ ਸੁਨਨਤ ਪੂਰੀ ਕਰ, ਗਾਲਾਂ ਨਾ ਬਕਵਾਸ ਕੱਢ, ਕਰਨਾ ਪਿਓ ਪਿਓ ਲੱਗਾ ਤੂੰ ਗਾਲਾਂ ਨਾ ਕੱਢ, ਤੂੰ ਮਿਰਜ਼ੇ ਦੀ ਮੈਂ ਸੁਨਨਤ ਪੂਰੀ ਤੇਰੀ ਕਰਨ ਦਾਦੀ ਤੇ ਦਾ ਚੱਕ ਦੇ ਗਾਲਾਂ ਕੱਢਣ ਸ਼ੁਰੂ ਕਰ ਦਿੱਤੀਆਂ ਤੂੰ ਜੀ ਚਲੋ ਲੜਾਈ ਅਕਬਰ ਖਤਮ ਸਾਹਿਬ ਕਰੋ ਯਾਰ, ਯਾਰ ਕੋਈ ਨਾ ਗੱਲ ਹੱਦ ਹੋ ਗਈ ਹੈ ਆਲਾ ਹਜ਼ਰਤ ਦਾ ਨਾਮ ਲੈ ਆਏ। ਉਹ ਤੁਹਾਡੇ ਗਿੱਟੀਆਂ 'ਚ ਪਾਣੀ ਨਹੀਂ ਹੈ ਵੀ ਗੱਲ ਕਰੋ ਕੀ ਹੈ, ਚੱਕ ਦੇ ਪਾਣੀ ਗਾਲਾਂ ਕੀ ਹੈ, ਪਹਿਲੇ ਕਰ ਨਾ ਅਗਲੇ ਨੂੰ ਕਰ ਕਰ ਨਹੀਂ ਪਾਣੀ ਦੱਸਣਾ ਤੈਨੂੰ ਪਿਆ ਕੇ ਘੱਲ ਦਿਆਂ ਪਾਣੀ ਕੋਈ ਮਸਲਾ ਨਹੀਂ ਗੱਲ ਕਰੋ ਅਲੀ ਇਲਮੀ ਗੱਲ ਕਰ, ਇਲਮੀ ਬਦਤਮੀਜ਼ੀ ਕੀਤੀ ਮੈਂ ਤੇਰੇ ਪਿਛਵਾੜੇ ਦੇ ਉੱਤੇ ਚਪੇਟਾ ਮਾਰਦੀਆਂ ਨੇ। ਚਲਾ ਯਾਰ ਮੈਂ ਰਸੂਲ ਮੋਦੀ ਸਾਹਿਬ ਮਾਰ ਨੂੰ ਲੈਣਾ ਲਾਜ਼ਮ ਤੇਰੇ ਨਾਲੋਂ ਤੇ ਚੁੱਪ ਕਰ ਜਾ, ਇੰਨੀ ਦੀ ਗੱਲ ਨਾ ਕਰੀ ਦੁਬਾਰਾ। ਉਹ ਜਿਹਨੇ ਗੱਲ ਕਰਨੀ ਆ ਉਹਨੂੰ ਗੱਲ ਕਰਾ, ਉਹਨੂੰ ਕਹੇਗਾ ਉਹ ਹੁਣ ਗੱਲ ਕਰ ਕੀ ਕਰਨੀ। लड़ाई खत्म अली करो अकबर यार, साहब बस करो गाल गल दे नाल लड़ाइयाँ खत्म, गालम गलूच खत्म करो, प्यार से इल्मी गुफ्तगू करो। चलो जी वुजू कर लो सारे कुरान ਲਓ शरीफ ਜੀ खोलो। ਤੁਹਾਡੇ ਦੋਵਾਂ ਦਾ ਲਾਪਤਾ ਗੱਲ ਕਰੋ ਜੀ ਆਪਸ ਚ ਹੁਣ ਇਲਮੀ ਗੱਲ ਕਰਨੀ ਹੋਰ ਕੋਈ ਦੋਸਤ ਮਾਈਕ ਨਾ ਪੁੱਟੇ ਵੀ बिस्मिल्लाह करो जी कुरान ਹਾਂਜੀ पाक। ਬੋਲੋ ਜੀ। ਜੀ ਜ਼ਿਆ ਰਸੂਲ ਸਾਹਿਬ ਜਿਹੜਾ ਤੁਹਾਡਾ ਸਵਾਲ ਹੈ ਕਰੋ ਜੀ वो सवाल काबली ऐसे तो नहीं करने जाना। नहीं करना नहीं, ਮੈਂ ਸਵਾਲ ਹਾਂਜੀ ਕਰਨਾ ਚਲੋ ਜੀ। ਅਲੀ ਅਕਬਰ ਸਾਹਿਬ ਤੁਸੀਂ ਕਰੋ सवाल असी करना है, जवाब इन्होंने देने ने। ਅਰੇ ਚਲੋ ਇੱਕ ਸਵਾਲ ਹਾਂਜੀ ਤੁਸੀਂ ਟਾਈਮ ਕਰ ਲਾ ਲਓ, ਦਿੰਦੇ ਆ ਜਾਂਦੇ ਜੇ ਨਹੀਂ ਟਾਈਮ ਤੇ ਦੱਸੋ ਟਾਈਮ ਲਾ ਦਿੰਦੇ ਆ ਟਾਈਮ ਸਾਡਾ ਤੈਅ ਕਰ ਦੇ, ਸਵਾਲੇ ਕਰ ਲੈ, ਇੱਕ ਮੈਂ ਕਰ ਲੈਣਾ। मौजू साडा है जी खत्म नबूवत है, साडी पसंद का मौजू होएगा, साडी पसंद का सवाल होएगा। मौजू होएगा ਜੋ खत्म नबूवत। ਮਰਜ਼ੀ ਤੁਸੀਂ ਸਵਾਲ ਕਰੋ, ਖੁੱਲੀ ਇਜਾਜ਼ਤ ਆ। ਮੈਂ ਸੁਣੋ ਤਾਂ ਸਹੀ ਨਾ ਜ਼ਿਆ ਰਸੂਲ ਸਾਹਿਬ ਸੁਣੋ ਤਾਂ ਸਹੀ ਨਾ ਹੁਣ ਹਾਂ ਠੀਕ ਹੈ, ਸੁਣਾਓ ਜੀ। हाँ जी खत्म नबूवत तुसी कुरान पाक तो साबित करनी, बाहर कितने नहीं जाना। शुरू करो, बिस्मिल्लाह करो, ऐतां पढ़ो कुरान दियां, सानू दसो कित्थे लिखिਆ कुरान पाक ਦੇ ਵਿੱਚ रसूल पाक सल्लल्लाहु अलैहि वसल्लम अल्लाह दे आखिरी नबी ने। ਇਹ ਅੱਜ ਦੱਸ ਕੇ ਜਾਣਾ ਜੇ ਸਾਨੂੰ। ਮੁਕੰਮਲ ਟਾਈਮ ਕਿੰਨਾ ਕਿੰਨਾ ਜੀ? ਟਾਈਮ ਜਿੰਨਾ ਮਰਜ਼ੀ ਤੁਸੀਂ ਸਮਝਾ ਲੋਗੇ, ਫਿਰ ਅਸੀਂ ਬੋਲਾਂਗੇ। ਲਓ ਜੀ, ਤੁਹਾਡਾ ਟਾਈਮ ਹੀ ਟਾਈਮ ਖਤਮ ਨਬੂਵਤ ਕੁਰਾਨ ਪਾਕ ਚੋਂ ਜੀ, ਠੀਕ ਹੈ ਜੀ। हाँ जी अल्लाह ताला कुरान पाक च फरमांदा, बिस्मिल्लाहिर्रहमानिर्रहीम, अलम तरा इलल लज़ीना यज़उमूना अन्नहुम आमनू बिमा उनज़िला इलैका वमा उनज़िला मिन क़ब्लिका। क्या आपने नहीं देखा उन लोगों को जो ये ज़ोम करते हैं, दावा करते हैं कि हम तो ईमान लाए उस पर जो आप पर नाजल किया गया, यानी नबी पाक सल्लल्लाहु अलैहि वसल्लम पर, वमा उनज़िला मिन क़ब्लिका, और जो आपसे पहले नाजल किया गया उस पर ईमान लाते हैं। दावा तो ये करते हैं, आगे क्या करते हैं? युरीदूना यतहाकमू इला तागूत, लेकिन चाहते वो ये हैं कि तागूत को हकम बनाएं। अल्लाह ताला फरमाता है कि कुछ ऐसे लोग हैं, उनको आपने नहीं देखा कि जो दावा तो करते हैं जो आप पे ईमान लाए, जो आप पे नाज़िल हुआ हम उस पे ईमान लाए हैं, और जो आपसे पहले नाज़िल हुआ उस पे ईमान लाए, लेकिन जाते इधर उधर हैं। यानी आप पे नाज़िल हुए और आपसे पहले नाज़िल हुए के अलावा किसी और को हकम बनाते हैं। तो अल्लाह ताला फरमाता है वो तागूत की तरफ जाना है। साबित हुआ नबी पाक सल्लल्लाहु अलैहि वसल्लम पर जो कलाम नाज़िल हुआ और जो आपसे पहले नाज़िल हुआ उस पर ईमान लाना है, और जो अब उसके अलावा कहीं इधर उधर जाएगा वो शैतान की पैरवी करने वाला है, वो तागूत की पैरवी करने वाला है। अब नबी पाक सल्लल्लाहु अलैहि वसल्लम के बाद अब कोई भी बंदा कोई दावा करेगा कि भाई मुझ पे वही नाज़िल होती है, मैं नबी हूँ, मैं रसूल हूँ, उसकी तरफ जो जाएगा वो शैतान की तरफ जाएगा। कुरान का फैसला है। मैंने आपके सवाल का जवाब दे दिया, दलील दे दी। अब आपने कुरान पाक से मुझे ये बताना है, समझाना है कि आने वाला मसीह जो है अपने मुखालफों को गंदी गंदी माँ बहन की गालियां देगा, ये आपने कुरान से साबित करना है। जी आ जाए। ले जी, सवाल मेरा सुने सी सारे ने। सवाल मेरा ये था कि आप रसूल पाक सल्लल्लाहु अलैहि वसल्लम को कुरान पाक से आखिरी नबी साबित करें कि उनके बाद कोई नबी नहीं आ सकता। जवाब सुन लिया सारे ने? कोई एवं जवाब आया जरा मैं समझा दो, बाकी बंदे दस दो, जो आ गया तो फिर मैं ही मान लांगा। ਬਿਲਕੁਲ ਇਹ ਜਵਾਬ ਇਹਨਾਂ ਨੇ ਨਹੀਂ ਸਹੀ ਦਿੱਤਾ।
जवाब आ गया जी। जब नबी पाक सल्लल्लाहु अलैहि वसल्लम के अलावा किसी और की तरफ जाना शैतान की पैरवी है तो नबी आ ही नहीं सकता। सवाल कोई गुंजाइश ही खत्म हो गई है। अब देखिए बात हमारी हो रही है, आपने सवाल किया, मैंने जवाब दे दिया आपको। अगर आपको मेरे जवाब पे कोई इतराज है आप दोबारा पूछ सकते हैं, आपको खुली छुट्टी है। नहीं सैफी साहब, हमारी दो बंदों की बात हो रही है, तीन तीन बंदों की नहीं हो रही। मेरे तो सवाल किया ये गलत बात ना भाई, वो हाथ खड़े कर दे कि मेरे हाथ खड़े हैं, मैं अब आगे बात नहीं कर सकता तो आप आ जाए। ਤੁਸੀਂ ਮਿਊਟ ਰੱਖੋ ਸਾਫੀ ਸਾਹਿਬ, ਮਿਊਟ हाँ, आप म्यूट करें। अगर वो बंदा बात नहीं कर सकता, वो हाथ खड़े कर दे, आपको आगे कर दे, आप कर ले बात, कोई मसला नहीं है। मैं कर सकता तो अली अकबर साहब, आपको मेरी किसी बात की समझना है, आपको दोबारा पूछने का पूरा हक है। एक बार पूछे, 10 बार पूछे, लेकिन मेरे सवाल का जवाब देना है आपने लाजमी। कुरान से साबित करना है कि आने वाला मसीह अपने मुखालफों को गालियां देगा। करेंगे इंशाल्लाह, हर एक सवाल का जवाब देंगे। लेकिन चूंकि मैंने सवाल के, मुझे उसका जवाब तो क्लियर कर दें कि रसूल पाक सल्लल्लाहु अलैहि वसल्लम अल्लाह के आखिरी नबी हैं, नबूवत उन पे ख़त्म हो गई, नबूवत के दरवाजे बंद हो गए। ये आपने मुझे कुरान पाक से बताना है। ये नाज़ल नूज़ल को नहीं मैं कह रहा, नाज़ल जो हुआ है नाज़ल पे तो हमारा सबका ईमान है, जो उन पे नाज़ल हुआ है वो आखिरी है। नबी पाक के नबूवत ख़त्म हो गई, मुझे ये आपने बताना है। जी, नबी पाक सल्लल्लाहु अलैहि वसल्लम के बाद किसी नबी की गुंजाइश ही नहीं है। अगर होती तो अल्लाह ताला कैसे कहता कि अब इसके अलावा कहीं और जो जाएगा वो शैतान की पैरवी करेगा? नऊज़ुबिल्लाह, किसी नबी की पैरवी करना शैतान की पैरवी होता है? नहीं। तो अल्लाह ताला फरमाता है कि बस ईमान वही है जो उस पर ईमान लाए जो आप पे नाज़िल हुआ और जो आपसे पहले। अब जो इसके अलावा कहीं इधर उधर जाएगा वो शैतान की पैरवी करेगा। ठीक हो गया। तो अब नबी कोई आ ही नहीं सकता, गुंजाइश ही खत्म हो गई है। अल्लाह के आखिरी नबी नबी पाक सल्लल्लाहु अलैहि वसल्लम कुरान से साबित हो गए। नहीं हुआ ना साबित, आपको नहीं हुआ साबित, वालों को पता चल गया। अब आप मेरे सवाल का जवाब दें। नहीं, मेरा सवाल जब मेरे क्लियर आगे से चल पड़ूं, मुझे नहीं ऐसे नहीं है, आप मेरे सवाल का भी जवाब दें और अपने सवाल का आपको समझ नहीं आई तो उसका भी पूछें। नहीं, मेरे सवाल का भी जवाब दें। मेरा सवाल क्लियर होगा तो अगले आपके सवाल पे जाऊंगा। हो गया क्लियर। अब जब नबी पाक सल्लल्लाहु अलैहि वसल्लम के बाद किसी नुज़ूल पर ईमान लाना, मानना, वो है शैतान की पैरवी, तो नबी कैसे आ सकता है? समझा दें। मैं वही तो अर्ज कर रहा हूँ ना कि नबी पाक खत्म हो गए, ये बताना है आपने। नबी बता दिया कि अब जब किसी नुज़ूल पर ईमान लाना शैतान की पैरवी अल्लाह ने करार दे दिया, तो नबी कैसे आ सकता है? बताएं यार, ये नजूल क्या? मैं नबी की बात कर रहा हूँ, नजूल पे चले जाते हैं। हाँ, तो नबी पे नजूल ही होता है ना। नबी बगैर कुछ नाज़िल हुए कह देता है मैं नबी हूँ, सुत्ता पे ख्वाब आ जाता है कि मैं नबी हूँ। नहीं, ऐसे नहीं। अल्लाह ताला उस पे कलाम नाज़िल करता है तो वो बताता नहीं मैं नबी हूँ। फरिश्ता आता है, वो बताता है कि ऐलान कर तू नबी है, तभी वो कहता है। आप तो अल्लाह ताला तो इसको शैतान की पैरवी कह रहा है। क्या भैया, मैं सवाल कर रहा हूँ, मुझे सिंपल से जवाब दे दें आप। सिंपल सा जवाब दे दिया। जब नबी पाक सल्लल्लाहु अलैहि वसल्लम के बाद किसी किस्म के कलाम के नजूल की तरफ जाना शैतान की पैरवी है तो नबी आ ही नहीं सकता, गुंजाइश खत्म हो गई। इसका मतलब है कि नहीं, नबी तो ना फिर अब क्या है, नजूल अलग चीज है। नजूल नबी पे ही होना है ना, नबी की बात हो रही है। उनज़िला इलैका, जो आप पे नाज़िल हुआ किस पर? नबी पाक सल्लल्लाहु अलैहि वसल्लम पर। तो अल्लाह के नबी हैं। नहीं, तो बात ही नबी की हो रही है। जहाँ पे लिखे इस आयत के अंदर नबी पाक पे नाज़िल हो रहा है। ये बिमा उनज़िला इलैका, इलैका क्या है? आप इलैका का क्या मतलब है? वहाँ पे इलैका से मतलब आप मोहम्मद सल्लल्लाहु अलैहि वसल्लम को ले रहे हैं। हाँ बिल्कुल 100%। आप बताएं क्या मतलब है? आप अपने पल्ले से ना डालें। मैं क्यों पल्ले से कह रहा हूँ? अगर साबित हो जाए इलैका में मुराद नबी पाक सल्लल्लाहु अलैहि वसल्लम है, आप अपनी शिकस्त लिख देंगे यहाँ पे, आप मान जाएंगे। आप इसी आयत के अंदर से दिखाएं। इसी आयत के अंदर इलैका से मुराद नबी पाक सल्लल्लाहु अलैहि वसल्लम है। हाँ, दिखाएं, पढ़ दें। करें इनकार, पढ़ दें। इनकार करें। मैं तो समझ रहा हूँ ना, इनकार कहाँ पे करना है, मैं तो समझ रहा हूँ। आप इनकार कर दें कि इससे मुराद नबी पाक सल्लल्लाहु अलैहि वसल्लम नहीं है। बंदा समझ रहा, समझो इनकार करे कुछ समझान इधर नहीं हो रहा। इधर आप डिबेट करने के लिए आए, चूचे ना बने। अब समझान नहीं हो रहा, इधर आप डिबेट करने के लिए। इस तरह के लफ्ज नहीं करने। डिबेट आपको पता है क्या होती है? तो डिबेट के अंदर इस तरह बोला जाता है। आपके सामने एक सवाल रखा गया है कि नबी पाक सल्लल्लाहु अलैहि वसल्लम पे नबूवत, मैं इस तरह कोई लफ्ज नहीं बोल, लेकिन आप बदतमीजी कर रहे हैं। नबी पाक पहले समझ लें फिर मुनाजरा कर लें, फिर ऐसे बीच में ना करें कि अब मैं समझने लगा हूं। यहाँ पे यहाँ आपको जवाब देना। मेरा सवाल दोबारा सुन लें, चर न करें आप। नबी पाक सल्लल्लाहु नहीं, सवाल बताएं कि आने वाला मसीह मुखालफों को गालियां देगा, कुरान से साबित करें। जरूर आएंगे, जरूर आएंगे। जरूर नहीं ना आएंगे, पहले जवाब दें। ये बाद वाला कोई चक्कर नहीं है। अच्छा, रुक तो जाओ। मैंने जैसे आपकी जवाब पे मैंने नहीं कहा कि बाद में देंगे, पहले ये करें वो करें। मैंने अपनी दलील रखी है, आपको समझ नहीं आई, मैं आपको फिर समझा दूंगा, बार बार समझाऊंगा। लेकिन आप पहले आप मेरे सवाल का जवाब देंगे, मुझे ना समझ आएगी मैं भी आपसे पूछूंगा। आपने कोई दलील नहीं रखी, आपने कहा जी आपको लग रहा है ना कि नहीं रखी। मैंने तो कुरान पाक की आयत पढ़ी, सूरह निसा। होगी बात, अब सुन लें।
आयत नंबर 60। यार फिर वही बात है, आयत नंबर 60 मैं भी खोल लेता हूँ, उसमें से मैं आपको हाँ जी। मैं वहां से देखता हूँ कि नबी पाक सल्लल्लाहु अलैहि वसल्लम का जिक्र हो रहा है, देखते हैं। हाँ बिल्कुल देख लें जी। अभी एक सेकंड रुक जाए, आपने तो आयत नहीं पढ़ी ना, मैं अभी खोल, आयत नंबर 60 जी। या अऊज़ु बिल्लाहि मिनश शैतानिर रजीम, बिस्मिल्लाहिर रहमानिर रहीम। या अय्युहल्लज़ीना आमनू अतीउल्लाह व अतीउर रसूल व उलिल अम्रि मिनकुम, और वो लोग उलिल अमरी है, वलिल अमरी नहीं है, उलिल अमरी। ओ यार चुप करके बह फिर तू पहले मुझे कितना पढ़। पढ़े? अच्छा अच्छा जी, ए वो लोगों जो ईमान लाए हो, अल्लाह की इताअत करो और रसूल की इताअत करो, अपने हुक्काम की भी, और अगर तुम किसी मामला में उलुल अम्र से इख्तलाफ करो तो ऐसे मामले में अल्लाह और रसूल की तरफ लौटा दिया करो। अगर फिल हकीकत तुम अल्लाह पर और यौम आखिर पर ईमान लाने वाले हो, ये बहुत बेहतर तरीक़ है और अंजाम के लिहाज से बहुत अच्छा है। अच्छा, मुझे यहाँ पे तो कोई मिला को नहीं, ना रसूल पाक सल्लल्लाहु अलैहि वसल्लम का नाम आया है, ना कोई ख़त्म नबूवत आई है। मेरा सवाल तो मैंने सूरह निसा की आयत नंबर 61 बताई है, कौन सी पढ़ रहे हो? मैं 61 नहीं पढ़ रहा हूँ सर। 61 नहीं पढ़ रहे आप जी, आप पढ़ दीजिए फिर आयत। अखा पाट के पढ़े नहीं है 61 ये जो आप पढ़ रहे हैं? आप आंखें बंद करके पढ़ लें, आप तो आंखें आप बंद। सही पढ़े, आपको आयत भी बता दी, अब आपको निकाल के पढ़नी नहीं आ रही है। मैं ये सारा कुछ मैंने करना है, बोलिए आप क्या ना, करने आए? आयत बोलिए। आप क्या करने आए? सारा कुछ मैंने करना है। चलिए, दलील इससे आप अगले वाली बोलिए, आयत है, वो दलील इससे आप अगली आयत है, ये 59 है, आप बोलिए 60 पढ़नी है, इससे अगले वाली आयत है। आप बोलिए कहाँ से स्टार्ट होती है, मैं वहां से पढ़ देता हूँ। अलम तरा इलल लज़ीना यज़उमूना अन्नहुम आमनू, यहाँ से स्टार्ट होती है। अलम तरा इलल लज़ीना यज़उमूना अन्नहुम आमनू बिमा उनज़िला इलैका व मा उनज़िला मिन क़ब्लिका युरीदूना अन यतहाकमू इलत ताग़ूत व क़द उमिरू अन यकफ़ुरू बिहि व युरीदु शैतानु अन युज़िल्लहुम ज़लालन बईदा। क्या तूने उन लोगों के हाल पर नज़र करी है जो गुमान करते हैं कि उस पर ईमान ले आए हैं, जो तुझ पर उतारा गया और उस पर भी जो तुझसे पहले उतारा गया। किस पर उतारा गया? तुझ पर से कौन मुराद है? रुक तो जाए ना, पढ़ने दे पूरा तर्जुमा। नहीं बताएं, अब इधर ही तो झगड़ा हुआ है। तुझ पर से कौन मुराद है? पूरा तर्जुमा तो पढ़ने देना। आप कहते हैं कि इस आयत के अंदर तुझ पर से बताएं कौन मुराद है ना। तो जाओ, मुझे तर्जुमा तो पढ़ लेने दो पूरा। अच्छा पढ़ लो। वो चाहते हैं कि फैसले शैतान से करवाएं, जबकि उन्हें हुक्म दिया गया था कि वो इसका इनकार करें, और शैतान ये चाहता है कि वो उन्हें दूर की गुमराही में बहका दे। अच्छा, आपने ये फरमाया था कि इसके अंदर जी रसूल पाक सल्लल्लाहु अलैहि वसल्लम लिखे हुए हैं कि उनके ऊपर ये नाज़िल हो रहा है। जी जी, यहाँ पे कहाँ पे लिखा है ये नबी पाक सल्लल्लाहु अलैहि उनज़िला इलैका, जो क्या आपने पढ़ा जो तुझ पर नाज़िल हुआ, इससे कौन मुराद है? वसल्लम से तो जो बंदा पढ़ रहा है तो उसका मतलब है उस पे नाज़िल हो रहा है। आप यानी तेरे पे नाज़िल हो रहा है, ये तुझ पे नाज़िल हो रहा है। तो आप कैसे कह रहे हैं नबी पाक पे नाज़िल हो रहा है, बताएं। ओ भाई इलैका तुझ पे नाज़िल हो रहा है, बताएं यहाँ पे। तुझसे मतलब रसूल मैं आपसे, मैंने तो बता दिया नबी पाक सल्लल्लाहु अलैहि वसल्लम मुराद है, आप कोई और है तो आप बताएं। यहाँ पे आयत में नहीं लिखा हुआ नबी पाक पे नाज़िल। आयत में लिखा हुआ है उनज़िला इलैका, लिखा हुआ है कि जो आप पर नाज़िल हुआ, आप लिखा हुआ है। आप इस वक्त मैं पढ़ रहा हूँ, मुझ पे नाज़िल हो रहा है ये। तो आप पे नाज़िल हो रहा है, कहें क्लेम करें कि ये मुझ पे नाज़िल हो रहा है कुरान। जब इलैका से मतलब क्या है, तुझ पर कहें ना कि कहें कि ये मुझ पे नाज़िल हो रहा है, डर क्यों रहे हैं फिर? आप कहें कि मोहम्मद सल्लल्लाहु डर अलैहि क्यों वसल्लम रहे हो? कहो कि भाई ये मुझ पे नाज़िल हो रहा है कुरान, कहो मैं शाबाश। मैं तो क्यों मारन डया ओए ओ तेरा काना वा अली अकबर साहब कहो, डरो ना, कहो यहाँ ऐलान के भाई ये कुरान पाक मुझ पे नाज़िल हो रहा है। बोलो शाबाश। यार बंदा सुख जो मुझ पे नाज़िल हो रहा है, अब आराम है। अच्छा आप पे नाज़िल हो रहा है कुरान पाक? वही कह रहा हूँ ना, आप बताओ किस पे नाज़िल हो रहा है? नबी पाक सल्लल्लाहु अलैहि वसल्लम पे। कितनी बार बताऊं? कहाँ पे लिखा हुआ इसके अंदर? ये लिखा हुआ बिमा उनज़िला इलैका, जो आप पर नाज़िल हुआ। इसमें नबी पाक का नाम नहीं है। अच्छा तो कौन मुराद है यहाँ पे? हाँ, मुराद जो मर्जी ले लें आप, इलैका से जो मर्जी मुराद ले लें। हाँ, अच्छा ठीक है, मिर्जा साहब अगर कहें कि यहाँ नबी पाक सल्लल्लाहु अलैहि वसल्लम मुराद है, इसका मतलब है वो कुरान के। मिर्जा साहब नहीं अंदर आ रहा है, मिर्जा साहब पे नहीं जाना, फिलहाल कुरान पे बात करनी है और कुरान पाक जो है उसके ऊपर ही रहना है, ठीक है ना? मिर्जा साहब तुम कौन हो फिर जो कह रहे हो कि मुझ पे नाज़िल हो रहा है? तुम कौन हो? मैं तो सवाल आपने कर रहा नबी हूँ की ना। माननी नहीं है तो कहता है मुझ पे नाज़िल हो रहा है। सवाल कर रहा हूँ। बाकियों से पूछ लें कि भाई ये इस बंदे पे अली अकबर पे नाज़िल होता है कुरान पाक, इस पे नाज़िल हुआ है। छोड़ दे, मेरे से बात करें, बाकी बंदा ना। अच्छा चले आप बताएं जी, आप बताएं
मैं देता आप बताएं ये कुरान पाक आप पे नाजल हुआ है, जो आप पे नाजल किए गए कलाम पर ईमान लाए वो है मोमिन, इसमें ऐसा ही से है? नबूवत कहाँ पे खत्म हो रही है? आपने ये अपने- खत्म हो रही है। अल्लाह ताला फरमाता है जो अब आप पे नाजल हुआ और जो आपसे पहले नाजल हुआ, इसके अलावा इधर उधर किसी और को हकम बनाना, शैतान की पैरवी नहीं करना, ये लिखा हुआ, खत्म यहाँ हो पे रही है। कहीं नहीं लिखा हुआ। वो चाहते ये हैं खत्म तो- हो रही है। नहीं लिखा जब हुआ नबी यहाँ पे। पाक सल्लल्लाहु रुक अलैहि जाओ, वसल्लम के बाद रुक जाओ, और किसी रुक जाओ। नजूल पर ईमान नहीं लिखा लाना, हुआ, नहीं लिखा वो हुआ। नजूल पर ईमान गलत, लाना वो है शैतान की गलत। पैरवी करना, तो नबी कैसे आ सकता है? नहीं लिखा हुआ यहाँ पे, तुम गलत तर्जुमा कर रहे हो। रुको मैं अच्छा, पढ़ता हूँ। ठीक है, मैं गलत रुक जाओ, तर्जुमा- रुक जाओ, रुक जाओ। कहाँ पे लिखा हुआ है जी? यहाँ पे लिखा हुआ है और उस पर जो तुझसे पहले उतारा वो चाहते हैं कि फैसले शैतान से करवाएं। हाँ जी, यहाँ पे कहीं नहीं लिखा हुआ कि दोबारा नहीं नाजल होगा। इधर लिखा हुआ है कि जो इधर आप लिखा पर हुआ और है। आपसे पहले ईमान नाजल हुए पर बाद ईमान की लाते हैं। बात हो रही है ना, पहले का कौन कट्टा। मैं अगली बात कर रहा हूँ कि यहाँ पे कहाँ पे लिखा है कि हाँ, बाद तो में अगली नाज़िल अल्लाह ताला ने कहा है कि होगा। इसके अलावा तो कुफर इनकार करना है, इलावा कुफर नहीं करना है लिखा हुआ, सबका। इलावा नहीं लिखा हुआ यहाँ है पे। और नहीं। लिखा हुआ है भाई, आंखें खोल के दोबारा पढ़े। पढ़ता हूँ, दोबारा अल्लाह पढ़ता ताला हूँ। ने फरमाया है, रुक जाओ, दोबारा पढ़ देता हूँ। अलाम तरा इलल्लज़ीना, आना पड़े, अब मुझे पढ़ने दे, माइक क्यों बंद कर रहे हैं? रुक जाओ, मैं पढ़ देता हूँ ना, तूने मुझे कहा था माइक क्यों सारा बंद कर रहे हैं आप? अच्छा फिर म्यूट ना लगाना। तो सुनो, अलाम तरा इलल्लज़ीना यज़उमूना अन्नहुम आमनू, क्या तूने उन लोगों के हाल पर नजर की है जो गुमान करते हैं, बिमा उनजिला इलैका, वो उस पर ईमान ले आए हैं जो तुझ पर उतारा गया, वमा उनजिला मिन कबलिक, और उस पर भी जो तुझसे पहले उतारा गया। अच्छा, आगे क्या फरमाया अल्लाह ताला ने? युरीदूना अन यतहाकमू इलत्तागूती, वो चाहते हैं कि फैसले शैतान से करवाएं। एक से अब बोलना नहीं, अभी मुझे पूरी बात करने देना। वक़द उमिरू अन यकफुरू बिह, जबकि उन्हें हुक्म दिया गया था कि वो इसका इनकार करें। आप ये फरमा रहे हैं कि यहाँ पर साबित हो रहा है कि उनके बाद नाजल नहीं होगा कुछ भी और नबूत खत्म हो गई। ये कौन सी दलील है? अल्लाह ताला वहाँ पे बात जी, अब बात हो गई ना मुकम्मल आपकी, मेरी बात हो अभी- गई है मुकम्मल, कितनी तकरीर करनी है? नहीं हुई ना, नहीं हुई बात मुकम्मल। सवाल आने लगा है, सवाल सुन लो। आपको मैंने सवाल किया था, मुझे आप बताएं कुरान पाक के अंदर से कि नबी पाक सल्लल्लाहु अलैहि वसल्लम पे नबूवत खत्म होगी, बाद में नबी नहीं आ सकता कोई। आपने उसके मुकाबले पे रखी ये दलील अल्लाह ताला बता रहा है कि जो तुझ पे और तुझसे पहले नाजल किया गया उस पे जो ईमान ले तो जो शैतान से फैसले करवाते हैं। यहाँ पे अल्लाह ने कहाँ फरमाया कि बाद में हर रास्ता बंद है जी, बाद में नहीं आएगा? ये तो जी, अल्लाह ताला- बात होगी मुकम्मल आपकी। अब हाँ जी बताएं। अल्लाह ताला ने फरमाया है कि जो आप पर नाजल हुआ और आप से पहले नाजल हुआ, अब इसके अलावा जो किसी और को हकम बनाएगा तो वो शैतान की पैरवी करेगा। अब जो नबी पाक सल्लल्लाहु अलैहि वसल्लम पर नाजल हुआ और जो आपसे पहले नाजल हुआ, उसको तो मानना अल्लाह ताला ने ईमान करार दिया है, उसको तो नहीं कहा कि ये शैतान की पैरवी है। अब इसके अलावा कोई कहीं भी जाएगा, किसी नजूल पे मानेगा, किसी को नबी मानेगा, कुछ भी करेगा, वो क्या कर रहा है? अल्लाह ताला फरमाता है वो तागूत को, शैतान को अपना हकम बना रहा है, शैतान की पैरवी कर रहा है। तो नबी तो आ ही नहीं सकता, फैसला हो गया। अब आप मुझे मेरे सवाल का जवाब दें नहीं, कि ये कुरान नहीं पाक हुआ। में किस आप पूरी नहीं 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 बात बस कर रहे बस हैं ना। आपकी तकरीर बहुत नहीं, मैंने सुन ना, ली है। नहीं, सुनिए, सवाल मेरे सवाल तो- का जवाब किसने देना है? मेरे सवाल का जवाब किसने देना है? पहला अब सवाल तो- आपके किसी भी सवाल का जवाब तब मिलेगा जब आप पहले मेरे सवाल का जवाब देंगे। चुप करके बह, पहला सवाल क्लियर होएगा तो फिर आगे जावांगे ना। अपना फैसला करके चल पड़े हो। एक माइक दोबारा बंद नहीं करना, माइक नहीं बंद करना दोबारा। मैंने आपकी बारी माइक अपना बंद करके चुप करके बैठा रहा हूँ। सुनो ना, फिर अब आगे आपने नहीं मुझे चलो। बताना है कुरान पाक से आगे नहीं कि चलना आने ना। वाला मसीह अपने मुखालफों को आगे गालियां नहीं देगा, ये चलना। कहाँ लिखा हुआ है कुरान में? आगे कहीं नहीं चलना, यहाँ पे लिखा हुआ है। नहीं नहीं नहीं, पहले अब मेरे सवाल का जवाब, उसके बाद कोई और बात मेरा होगी। सवाल किधर जाएगा? ना, नबूवत खत्म मैंने होने आपके वाली। सवाल का जवाब एक बार दिया, फिर आपको समझाया, नहीं फिर दिया। आपको समझाया, फिर आपको नहीं समझाया। दिया, नहीं दिया। नहीं नहीं, यहाँ पे- मैं मेरी जिम्मेदारी नहीं है कि मैं इसी बात पे रट्टा लगाता रहूं। कुरान अब आप पाक मुझे की- मेरे सवाल का जवाब देने के बाद दोबारा फिर ये पूछ लेना सवाल, फिर दे दूंगा जवाब। जनाब यार, पहले अब मेरे सवाल का जवाब। सुन तो ले, आने वाला मसीह मुखालफों को गालियां देगा, कुरान में कहाँ लिखा हुआ है? ले आते हैं, मसीह को भी ले आते हैं। पहले हाँ, बताएं, जवाब दें इसका। ले आते हैं। ऐ यतहाकमू इला तागूती, वो चाहते हैं कि फैसले शैतान से करवाएं। यहाँ पे कहाँ पे लिखा हुआ है कि भाई जी इसके बाद कुछ नया नाजल नहीं होगा? मैंने 2 बार बता दिया है, तीसरी बार तब बताऊंगा जब आप मेरे सवाल का जवाब देंगे। पहले पहला कहाँ कुरान में लिखा हुआ है कि आने वाला मसीह मुखालफों को गंदी गालियां देगा? किधर लिखा हुआ है?
पहले नबूवत तो बंद कर लें। मैंने 2 बार जवाब दे दिया, तीसरी बार भी दूंगा, लेकिन अब तब दूंगा जब पहले आप मेरे सवाल का जवाब देंगे। नबूवत नहीं बंद किया आपने। नहीं, अब क्या हो गया आपको? अब परेशानी किस चीज की है? नबूवत कुरान बंद से नहीं बात हो किया रही है, आपने आपने। कुरान से साबित करना है। कुरान आप पाक देंगे में- दलील, फिर मुझे कोई इतराज होगा, मैं भी पूछूंगा आपसे, आप भी दोबारा पूछ लेना। मतलब से आपने साबित करना है रसूल पाक सल्लल्लाहु अलैहि वसल्लम। मैंने 2 बार आपको जवाब दे दिया, तीसरी बार तब मिलेगा जब नहीं आप किया। मुझे मेरे सवाल का जवाब नहीं देंगे। किया, नहीं किया नहीं, ठीक है, आप समझते हैं नहीं हुआ, तीसरी बार फिर पूछ लेना, मैं तो बैठा हूँ इधर ही। चौथी बार पूछ लेना, 5वीं बार लेकर किधर लिखा हुआ है कुरान में आने वाला मसीह मुखालफों को गंदी गालियां देगा? आपके मसीह पे भी आ जाते हैं, पहले वो तो खत्म कर देना कुरान पाक से। पहले आप मेरे सवाल का जवाब देना, पहले उसके बाद मेरा- तीसरी बार मैं जवाब तब दूंगा जब आप सारी रात लगे रहें। आप लोगों ने जवाब अब नहीं हाथ देना। खड़े कर दें कि मैं नहीं साबित कर सकता, करें हाथ खड़े। आप लोगों ने जवाब नहीं देना है। आप खड़े कर, मैंने 2 बार दिया, तीसरी बार तब मिलेगा जब आप मेरे सवाल का जवाब गलत देंगे। जवाब दे के भी कहना नहीं हो लगता तो मार पाओ, गलत दूं या सही दूं, आपका काम है सवाल करना, मेरा काम है जवाब देना। नहीं गलत समझ आए, जवाब- आपको राइट है, दोबारा पूछें, दोबारा पूछें, दोबारा पूछें, लेकिन तीसरी बार अब तब जवाब दूंगा जब आप पहले मेरे सवाल का जवाब दे चुकेंगे। मुझे भी इतराज होगा, मैं भी पूछूंगा आपसे दोबारा सवाल। सुन लो हाँ जी, बताएं अब। मैं ये अर्ज कर रहा हूँ कि कोई बंदे को सवाल किया जाए, वो बंदा गलत जवाब दे दे और आगे से कहे मेरा सवाल का जवाब दो, उस बंदे को जवाब देना चाहिए। हाँ बिल्कुल देना चाहिए भी। आप दरोगा लगे हुए हैं कि पहले आप सवाल करें, लिखा हुआ है कि कहीं पहले आपने सवाल करना है। सवाल तो खत्म हमने- करें, ये आपका सवाल मैं करता हूँ, पहले सवाल मेरा सवाल तो सवाल हमने का जवाब करना जब आप दे चुकेंगे फिर आप जवाब सवाल कीजिएगा, फिर ठीक है। हमने करना है। मतलब मैंने आपको ये रियायत दी है कि पहले आप सवाल कर लें, आपको वो बर्दाश्त नहीं हो रही है ना। मतलब तुम दरोगा लगे हुए हो इधर कि पहले तुम सवाल करो, फिर बात सुनो जी, आप बरेलवी बात सुनो खामोशी से। सवाल खामोशी से बात करो। करेंगे, जवाब सरकारी मुसलमान देंगे। अली तुम्हारे अकबर साहब, अली अकबर साहब, मैं आपसे बात करना चाहता हूँ यार। ये एक तो जो आप बिल्कुल गलत दे रहा है, कोई रिलेशन नहीं है इसके जवाब का आपके सवाल के साथ। आपका वो निकल गया ठीक है। अब और आपका दूसरी नीयत निकल गई है कि अच्छा, कुरान और से बात दूसरी करना है। और बात सुनो दूसरी बात ये है ओ सैफी यार, साहब, आपको और- किसी ने नहीं बुलाया बीच में, अपना माइक बंद करें, आपसे बात नहीं हो रही। और सैफी साहब ने बोलना तो ताहिर साहब उन्होंने गाल कर सैफी साहब से बात ही नहीं हो रही, आप अली हाथ खड़े अकबर कर साहब, ये दें, सैफी साहब को ऊपर कर दें। इससे ये पूछो, इससे ये पूछो। सैफी साहब आप ऊपर आ रहे हैं, आपने करनी उसको नीचे कर दे। अब अली अकबर साहब बैठे हैं, मैं इसलिए नहीं बोल रहा, नहीं तो हाँ तो बोल तो रहे हैं आप, कैसे नहीं बोल रहे? आप बोल मैं अकबर साहब से बात करना चाहता हूँ, अभी जरा मेरी बात कर आप माइक बंद ना करें, अपना बंद करें, मेरी उसकी बात हो अली रही है। अकबर से बात करने दो। नहीं अभी नहीं कर से बात सकते, करनी। एक बार कह दे मैंने बात नहीं करनी तो आप कर लें। तुम क्यों चीखे मार रहे हो, क्यों नहीं बात करना कर सकता? भाई तुम्हें तमीज नहीं है, 2 बंदे बात कर रहे हैं तो बीच में तुम्हें बार बार तमीज है, माइक तुम्हें ओपन कर रहे हैं। चीखे मार मार के बोलने लगे हो, गलत जवाब देते हो तो सवाल भाई का, मैं ऊपर से गलत चीखे जवाब मार रहे हो। दे रहा हूँ तो पूछ सकते हैं दोबारा से गलत दोबारा, जवाब दे लेकिन रहे मेरे हो, सवाल का जीत हो गए जवाब तो ऊपर के, मैं सही देना। जवाब दे रहा हूँ। यार मेरा जवाब गलत है, तीसरी बार भी वो गलत है पूछ सकता तुम्हारा है, मैंने जवाब, कौन सा बिल्कुल मना गलत किया? है, गुस्ताखी कर रहे हो तुम हाँ कुरान की ठीक यहाँ है, पे बैठ गलत है, के। आप तीसरी बार फिर पूछ रहे हैं कि ये भाई कौन गलत सा है, तुमने समझ नहीं आई। सवाल का जवाब दिया, ये तुम्हारा पहले इल्म है। मेरे सवाल का जवाब आप दे दे, आप दे दे ये जवाब। कौन सा कि मदरसा मेरी- तुमने बनाना है जिसमें तुमने इस तरह का इल्म लोगों को सिखाना है? ओ ठीक है, लोग सुनने वाले कर लेंगे फैसला। ये आप कोई दरोगे जवाब ना दे रहे हो बने। तुम, तुमसे सवाल क्या आप किया है? मुझे ये पहले छोड़ा मेरे तुम्हें- सवाल का जवाब दे दें, कुरान पाक में कहाँ लिखा हुआ है आने वाला मसीह मुखालफों को गंदी गालियां देगा? छोड़ा तुम्हें कुत्ते के नीचे है, तुम भाग के जा रहे हो नहीं कुत्ते के नीचे बात- छोड़ा मैं- तुझे बकवास नहीं, कर रहे हो। पहले मेरे सवाल का बरेलवी जवाब। बात सुनो, बरेलवी बात नहीं सुनो। नहीं नहीं या ये तुम्हें- बरेलवी देवबंदी ना मैं करे, अली मेरे अकबर- सवाल का जवाब दे, मुझे अली पहले अकबर से मेरे बात सवाल का करने दो। जवाब। मुझे अली अकबर लगता से है बात पार करने पाओ, मेरे सवाल का जवाब और दो। तू जवाब ही गलत दे रहा आने है, वाला बेवकूफ। मसीह लोगों को मुखालफों को गंदी गालियां देगा, किधर लिखा है वो हम कुरान? तुम्हें अभी अभी साबित करते हैं सारी हाँ गालियां। करें पहले ये साबित, बस बताओ अब आपके सवाल कि का तुमसे तीसरी हमने बार जवाब पूछा तब है, मिलेगा जब मेरे सवाल का खत्म जवाब आएगा। नबूवत पे जवाब हमने तुमसे पूछा है, तुम उसका गलत जवाब दे रहे हो। भाई आपको गलत लगता है, आप तीसरी ये बार फिर कैसे पूछ लेना, जवाब, कोई कैसा मसला जवाब नहीं है। दिया है तुमने? एक बेवकूफाना हरकत की है तुमने। लो हम जी, तुमसे ये कह रहे माइक क्यों बंद करते हो भाई, ये क्या साहब, तमाशा है? एक मुझे मिनट, इसी तरह बात साहब, करने दे इस सवाल के ऊपर, जवाब के ऊपर। साहब 1 मिनट यार, आपको 1 मिनट। तमीज नहीं है बात करने की, 2 बंदे बोल पड़ते हो बीच में, मैं ऊपर से माइक भी तुम्हें मेरा तमीज है? बरेलवी अब कहेगा तमीज तमीज की बातें करेगा बरेलवी। बताऊं क्या अब मैं हमने दूसरी बार मना कर रहा हूँ, ये बरेलवी देवबंदी ना करो, अच्छा, आपको सैफी तकलीफ साहब, होनी है, एक बाद में मिनट, फिर सैफी परेशान साहब, होना है एक तुमने। मिनट। अस्सलाम वालेकुम तार भाई, एक क्या हाल सेकंड, है? एक यार सेकंड, एक भाई। मिनट, अस्सलाम वालेकुम। एक बंदा डिसाइड हुआ है कि उसने बात करनी है, यार, मैं दूसरा काम क्यों पर- टैडा कर रहा है बीच में? यार अहमद साहब 1 मिनट दे दीजिए ताहिर भाई। ओ यार मेरी बात सुन लें सारे यार, 1 मिनट मुझे काम पर हूँ मैं, 1 मिनट में उतर रहा हूँ जी यार, सर, मैं आप काम पर हूँ, मुझे सिर्फ चाहिए आधा मिनट। जी सर। काम पर जी, हूँ, आधा करें मिनट बात। चाहिए मुझे बस जी। अल्लाह ताला फरमाता है ला युहिब्बुल्लाह, गौर से सुनना है, ला
आयत नंबर 26 है, कहती है ए बनी आदम यकीनन हमने तुम पर लिबास उतारा है जो तुम्हारी कमजोरियों को ढांपता है और जीनत के तौर पर है। रहा तकवे का लिबास, वो तो सबसे बेहतर है। सारे मुसलमान ये जानते हैं कि तकवे का लिबास क्या होता है। रब्बना ज़लमना अनफुसना व इल्लम तग़फिर लना व तरहमना लनकूनन्ना मिनल खासिरीन। ये लिबास बनता है, ये लिबास उतरता है। यहाँ तो वो कहते हैं इनकार कर, इस पर अदालती निज़ाम कायम होता है। तकवा क्या चीज़ है? सारे जापानी तकवे से अशार हैं, अमीन और सदीक हैं। उन्होंने एज ए नेशन साबित कर दिया, बगैर खुदा के उन्होंने साबित कर दिया ऐसा बना जा सकता है, अमीन और सदीक। यही वजह है कि कोई शख्स भी हज़रत सल्लल्लाहु अलैहि वसल्लम के अमीन और सदीक होने पर ईमान नहीं लेकर आया। क्यों? क्योंकि वो जो थ्योरी थी वो बड़ी चैलेंजिंग थी। उनको थ्योरी से वो था, अमीन और सदीक को सारी दुनिया बखूबी समझती है, तकवे को सारी दुनिया बखूबी समझती है। वो जो क्रिश्चियन है वो भी दुआ मांगते हैं, क्या डस्ट टू डस्ट, जब बंदे को दफनाते हैं वो भी दुआ पढ़ते हैं। तो कहने का मतलब ये है कि मुसलमान को अब तक यही नहीं पता कि मुहकमात आयात कौन सी होती हैं। मेरे भाई, मुहकमात आयात वो होती हैं जिस पर अदालती निज़ाम कायम होता है, जिस पर आप हज़रत इब्राहीम को बादशाह के सामने पेश होना पड़ता है। हज़रत इब्राहीम से बादशाह पूछता है बता तेरा खुदा क्या है? वो कहते हैं मेरा खुदा जिंदा करता है और मारता है। उन्होंने क्या कहा बादशाह ने? किसी हद तक ये ताकत तो मुझ में भी है। उसने ये थोड़ी कहा था, वो इतना बेवकूफ़ थोड़ी था कि वो ये दावा कर देता कि मैंने मरना ही नहीं है। नमरूद इतना बेवकूफ़ नहीं था। क्या उसके घर में जो बच्चों के खतने होते थे वो खतने किस तरह करता था? इसी तरह करता था जिस तरह नबी अपने खतने करता। बहस की जरूरत ही नहीं है। अब हजरत इब्राहीम ने इसका जवाब दिया है, आगे से बड़ी दलील दी, मेरा खुदा वो है जो मशरिक से सूरज निकालता है मगरिब में गुरूब करता है। ये कुरान में लिखा हुआ है, इसलिए इसको बड़ा सीरियसली लेना है। अब सवाल ये पैदा होता है कि हजरत इब्राहीम इन्नल्लाह अला कुल्ली शैइन कदीर बेइज़्निल्लाह और कुन फयकून के जरिए सूरज को दूसरी तरफ से तुलू करके क्यों नहीं दिखाया? अगर उनको जब आग में फेंका गया और आग बाग बन सकता है तो हजरत इब्राहीम दुआ के जरिए अपना खुदा साबित करने के लिए फरिश्ते को दूसरी तरफ से सूरज क्यों नहीं तुलू करके दिखाते? मजा तो ये था ना। वो मैं देखता कैसे ईमान नहीं लेकर आता फिरौन। नबी के पास भी ये ताकत नहीं है। यही वजह है कि नबी के चचा भी सारी जिंदगी ईमान नहीं लेकर आते थे, क्योंकि उन्होंने ये वाली ताकत देखी नहीं नबी की। अगर नबी की ये ताकत देख ली होती तो उनका बेटा तो सबसे पहले ईमान लेकर आता। नबी पर अगर अल्लाह की तरफ से मादी और जिस्मानी नजूल हो रहा हो, रोज उनकी हंडिया बन जाती हो, रोज उनके मटके में पानी आ जाता हो, कोई है? हजरत मसीह मौऊद अलैहिस्सलाम के बेटे, सबसे पहले दो बड़े बेटे, उन पर ईमान लेकर आते। उनको तो आप लोगों के हिसाब से गद्दी मिलनी चाहिए थी, वो नहीं माने, उनको कोई निशान भी नहीं दिखा। क्यों नहीं दिखा निशान? इसका क्या जवाब है? हजरत नूह को क्यों नहीं दिखा कोई, उसके बेटे को क्यों नहीं दिखा कोई निशान? इसलिए कि नबी पर कोई मादी और जिस्मानी नजूल है ही नहीं अल्लाह की तरफ से। अगर होता तो वो कुरान का होता। अब जब कुरान का नजूल नहीं है तो ये मुहक्कमात बन गया। कुरान इसलिए सच्चा नहीं है, कुरान इसलिए मौजज़ा नहीं है कि कागजों पर नाजिल हुआ है। साबित क्या हुआ इस बात से साबित ये हुआ कि कुरान कोई ऐसी दलील दे ही नहीं सकता जिसमें कुरान खुद झूठा हो जाए। अगर कुरान किसी शख्स की भी मादी और जिस्मानी नजूल दिखा रहा है कि नबी पर होता है तो नाउज़ुबिल्लाह कुरान झूठा है। सीधी सी बात है, क्योंकि कुरान कह रहा है मेरी सच्चाई का ये सबूत नहीं है। अब मुझे ये बताएं, अगर कुरान अपनी सच्चाई का ये सबूत दे रहा है, इसमें कोई रॉकेट साइंटिस्ट बंदे को होने की जरूरत नहीं है, तो कुरान साबित क्या कर रहा है? ये बात कह के कि मेरा नजूल करतास पर नहीं है। कुरान ये साबित कर रहा है कि ऐसा कोई नजूल है ही नहीं। वरना ना जब इस आयत का नजूल हुआ, सूरह अराफ आयत नंबर 26, ए बनी आदम यकीनन हमने तुम पर लिबास उतारा है। यार सहाबा लिबास उतार के बैठ क्यों नहीं गए कि आसमान की तरफ से नया लिबास उतरने वाला है? वो तो सारे उम्मी थे, उनकी भी समझ में ये फलसफा आ गया है कि ये फलसफे की जबान उतर रही है। जब ये आयत नाजिल हुई वातसिमू बिहब्लिल्लाहि जमीअन, उस वक्त तो तफर्रक़त आई नहीं। उस वक्त तो वो वाला तफर्रक़ा था यहूद और ईसाइयों वाला।
اب وہ جب یہ آیت کا نزول ہوا تو سارے نکل کیوں نہیں گئے مسجد سے کہ ہم دیکھیں کہ آسمان کے کہاں پر رسی لٹک رہی ہے؟ ان کی بھی فلسفہ سمجھ میں آیا. نبی پر نزول ہو رہا ہے کہ ہم نے انسان کو گلے سڑے کیچڑ کی کھنکتی ہوئی ٹکریوں سے پیدا کیا. کوئی شخص بھی اسلام چھوڑ کے نہیں بھاگ گیا کہ ہمارے ماں باپ کو گالی دی گئی ہے. اس آیت میں کیچڑ کہا گیا, ٹکریاں کہا گیا, وہ تو صاف پتہ چل رہا ہے کہا گیا ہم نے انسان کو گلے سڑے کیچڑ کی کھنکتی ہوئی ٹکریوں سے پیدا کیا. یہود نے برا کیوں نہیں منایا, عیسائیوں نے برا کیوں نہیں منایا؟ ہمارے نبیوں کو یہ کہا جا رہا ہے کہ وہ ٹکریوں سے پیدا ہوئے ہیں. آخر تھے تو وہ انسان ہی نا, انسان کی شکل میں آئے تھے. صاف پتہ چل رہا ہے کہ ایک فلسفہ اتر رہا ہے. اب مجھے یہ بتائیں کہ نبی فلسفانہ باتیں کیوں کر رہا ہے؟ مثلا حضرت صلی اللہ علیہ وسلم نے فرمایا جنت تمہاری ماں کے قدموں تلے ہے. کسی مسلمان سے پوچھے میرے کو قرآن سے ثابت کر دیں یہ بات کہ جنت ماں کے قدموں تلے. حضرت صلی اللہ علیہ وسلم نے فرمایا میں نے اپنے شیطان کو مسلمان کر لیا. قرآن سے یہ ثابت کر دیں کہ شیطان کو مسلمان کیا جاتا ہے, کر کے دکھائیں مسلمان. یہ فلسفے کا مطلب کیا ہے؟ فلسفہ اس لیے استعمال کیا جاتا ہے, دنیا میں بھی آج دیکھ لیں آپ, جا کے کسی بھی اپنے اسکول کالج اور یونیورسٹی کے ٹیچروں سے پوچھیں سر اگر ہر چیز سائنس ہے تو ہم فلسفے کو گیٹ ریڈ کیوں نہیں کر دیتے؟ دیکھیے گا وہ کیا جواب دیتا ہے. وہ یہ جواب دے گا کہ سائنس کی ماں فلسفہ ہے. جس شخص نے ایٹم کی تھیوری دی ہے نا وہ پہلا بندہ فلسفی تھا, وہ سائنسدان نہیں تھا. سائنسدانوں نے اس فلسفے کے پیچھے کام کرنا شروع کیا ہے. تو یہی وجہ ہے کہ نبی بھی فلسفانہ گفتگو کرتا ہے قرآن میں. مثلا مثال دے دیتا ہوں, اللہ کہتا ہے سورہ فاطر آیت نمبر 16 میں, بغیر بسم اللہ کے اگر پڑھیں, نہیں سورہ حج 32 بسم اللہ کے ساتھ, کہ شرک کرنے آیت میں حکم دیا کہ آپ نے اس کا کفر کرنا ہے. وہی تو سن تو کہ آپ اگر اس کے علاوہ کسی کو حکم بنائیں گے, اللہ تعالیٰ فرماتا ہے میں نے ان کو کہا کہ آپ نے اس کا کفر کرنا ہے, انکار کرنا ہے. سن تو لینا, میں تو اللہ تعالیٰ تو انکار کرنے کا کہہ رہا ہے, آپ نے کہہ رہے ہیں, آپ کہہ رہے ہیں نہیں انکار نہیں. سن لیں, دوبارہ سن لیں, دوبارہ نہیں. اب دوبارہ تب سنیں گے علی اکبر صاحب جب آپ میرے سوال آپ نے کہا سمجھو ختم ہو گیا نا. آپ پوری بات تو سنو پہلے. صاحب بندہ یار گال پوری نہیں کرن دیندہ تو پھر میرا دماغ الٹ جانا ہے. میں سامنے قرآن پاک رکھا ہوا ہے, میں یہاں پہ اللہ کہہ رہا ہے کہ وہ چاہتے ہیں کہ فیصلے شیطان سے کروائیں, میں قرآن سے فیصلہ چاہتا ہوں. قرآن پاک میرے سامنے پڑا ہے, آپ اس کے اندر سے دکھائیں کہ نبوت ختم ہو گئی. فیصلہ قرآن پہ ہے, میں تو باہر سے فیصلہ نہیں کروا رہا. آپ وہ فیصلہ کر کے دکھائیں کہ نبوت ختم ہو گئی. یہاں پہ اللہ کہہ رہا ہے نازل کس پہ ہوا؟ آپ نے کہا رسول پاک صلی اللہ علیہ وسلم پہ. ٹھیک ہو گیا جی, رسول پاک صلی اللہ علیہ وسلم پہ یہ کلام نازل ہوا, میرا ایمان ہے. اب اس قرآن کے اندر سے فیصلہ کرنا ہے ہم نے کہ رسول پاک صلی اللہ علیہ وسلم کے اوپر نبوت ختم ہوگی, وہ دکھائیں, پھر آگے چلتے ہیں. اسی قرآن سے فیصلہ کرنا ہے. اکبر صاحب میں اب آپ کو آخری بار بتا رہا ہوں, اس کے بعد آپ میرے سوال کا جواب دیں گے تو تب میں آپ کو آپ کے سوال کا جواب دوں گا. 3 بار آپ جو ہے پھر زبردستی مجھے کہہ چکے ہیں کہ بھائی پہلے میرا جواب. یہ طریقہ نہیں ہوتا. آپ نے کہا جی کہ میں قرآن سے, تو پھر تو بات ہی ختم ہو گئی ہے. اللہ تعالیٰ نے یہ فیصلہ اسی قرآن میں اسی آیت میں کر دیا ہے کہ جو نبی پاک صلی اللہ علیہ وسلم پر نازل ہوا اور جو آپ سے پہلے نازل ہوا, اس کے علاوہ کہیں اور جانا طاغوت کی شیطان کی پیروی ہے. آپ کہہ رہے ہیں نہیں نبوت بند نہیں ہوئی, نبوت تو جاری ہے. نبوت کہاں لکھا ہوا ہے بند ہو گئی ہے؟ تو جب کسی اور کی طرف جانا نبی پاک صلی اللہ علیہ وسلم پر نازل شدہ کلام کے علاوہ یہ ہے شیطان کی پیروی, تو نبی کیسے آ سکتا ہے؟ نبی تو آتا ہے کہ اس کی پیروی کی جائے. نبی تو آتا ہے کہ اللہ اس سے کلام کرتا ہے, اس پر کلام نازل کرتا ہے. تو جب اللہ تعالیٰ نے فیصلہ فرما دیا کہ نبی پاک صلی اللہ علیہ وسلم جائے گا نبی نہیں اب آ سکتا, اب کوئی نبوت نہیں ہے. جائے گا کہیں نہیں لکھا ہوا, جائے گا نہیں لکھا ہوا, کہیں بھی نہیں لکھا ہوا جائے گا. یہاں پہ لکھا ہوا ہے کہ قرآن سے فیصلے کرو, ہم اس پہ جو اتارا اسی سے فیصلہ مانگ رہے ہیں. جی میں ابھی آپ کو جائے گا بھی دکھا دیتا ہوں. تارا الذین یزعمون, جو دعویٰ کرتے ہیں اور کریں گے. ہیلو جی, غلط, ہیلو گاہ بھی ثابت ہو گیا جی. اب بتائیں مجھے میرے سوال کا جواب دیں. گاہ تہاڈا ثابت ہو گیا, آپ مجھے میرے سوال کا جواب دیں
کہ قرآن پاک میں کس جگہ لکھا ہوا ہے کہ آنے والا مسیح مخالفوں کو گندی گالیاں دے گا؟ کریں گے نہیں کریں گے آپ نہیں، بس ختم، کہانی ختم ہے۔ صاحب میں آپ سے مخاطب ہونا چاہتا ہوں یار، ایک منٹ یار، ایک سیکنڈ یار، آپ سیفی بھائی انہیں پھر اولا پا دینا ہے۔ میں جناب بند کر رہے ہیں، ایک سیکنڈ مائک کیوں بند کر رہے ہیں؟ طاہر صاحب 4 بار میں آپ کے کہنے پہ آپ کو دوبارہ جواب دے چکا ہوں، ہو سے بات کر رہا ہوں۔ اب مزید کچھ سمجھنا ہے نا تو حوصلہ آپ بھی، میرا سوال یہ تھا، حوصلہ بھی کریں، ہمت بھی کریں، مائک نہ بند کریں۔ اچھا نہیں کرتا، اب آپ میرے سوال کا پہلے جواب دیں گے، پھر کوئی جزیات رہتی ہے سمجھنے والی آپ مجھ سے سمجھ لینا، پہلے میرے سوال کا جواب۔ طاہر صاحب ہن ایک لمٹ ہے گی، بندہ لمٹ کراس کر رہا ہے، فضول چ ہاں لمٹ ہوں جدو تانوں جواب دینا پہ رہا ہو تو لمٹ کراس ہو گئی۔ یار سانو جواب دیں آدھے گھنٹے سے آپ بار مجھے پوچھ رہے ہیں کہ نہیں سمجھ آئی پھر سمجھاؤ، نہیں سمجھ آئی پھر سمجھاؤ، نہیں سمجھ آئی پھر سمجھاؤ۔ اب میں سوال پوچھ رہا ہوں تو کہتے لمٹ کراس ہو گئی، تو اتار دو، پھر ایک سیکنڈ ہاتھ کھڑے کر دو، ہمارے پاس جواب نہیں ہے۔ نہیں ہاتھ نہیں، ہاتھ کیوں کھڑے کرنے ہیں؟ ہاں پھر جواب دیں، کدھر لکھا قرآن میں کہ آنے والا مسیح مخالفوں کو گندی گالیاں دے گا؟ یار بولنا نہیں دینا بندہ، طاقتور دلیل رکھیں گے نا تو ہاتھ کھڑے کر دیں گے، کوئی ایسا مسئلہ نہیں ہوگا۔ میں وعدہ کرتا ہوں آپ قرآن پاک کے اوپر فیصلہ کروا دیں، ادھر بیٹھ کے کر کے جائیں کہ یہ آیت ہے جس میں لکھا ہوا ہے کہ رسول پاک صلی اللہ علیہ وسلم کے اوپر نبوت ختم ہو گئی، میں ہاتھ کھڑے کرتا ہوں، باقی نہیں پاؤں میں گارنٹی، میں کام علی اکبر صاحب یہ اس طرح کسی کو منوانا یہ تو پیغمبروں کی بھی ذمہ داری نہیں ہے۔ آپ مجھے کہہ رہے ہیں پہلے مجھے منوا لیں۔ مرزا صاحب آپ کے وہ تھے جن آیات کو پڑھ کے وہ ختم نبوت ثابت کرتے تھے، مرزا صاحب نہیں فی الحال قرآن آیات سے وہ اپنی نبوت ثابت کرنا شروع ہو گئے، تو یہ تو حال ہے۔ قرآن پاک منوانا میری ذمہ داری نہیں ہے، ٹھیک ہے؟ آپ مرزا صاحب کا نام لینے سے پہلے بھائی مرزا صاحب قرآن، مرزا صاحب کا نام لینے سے پہلے وضو کرنا ہوتا ہے، وضو کرنا ہوتا ہے، غسل لینا ہوتا ہے پوری طرح۔ غسل لینا ہوتا ہے۔ ٹھیک ہو گیا، مرزا صاحب کا اب نام نہیں لینا، ٹھیک ہے جی؟ کسی نے بات سنو، آپ مجھے بتائیں کہ جی کدھر لکھا ہوا ہے قرآن پاک میں کہ آنے والا مسیح اپنے مخالفوں کو گندی ننگی ماں بہن کی گالیاں دے گا؟ دکھائیں گے، میں گالیاں بھی دکھاؤں گا اور سارا کچھ دکھاؤں گا، لیکن آپ نے ابھی دکھا دیں، بس آپ جب دکھا دیں گے پھر آپ مجھ سے دوبارہ پوچھ لینا کہ بھائی مجھے یہ سمجھ نہیں ہے، اس کا بھی جواب دیں۔ نبوت ختم کریں۔ میں نے آپ کو بتا دیے 4 بار، اب 5ویں بار سوال ہی پیدا نہیں ہوتا، بلکہ 5 بار بتا چکا ہوں، 6ٹھی بار نہیں سوال پیدا ہوتا۔ اب آپ ایسے ہی بھاگیں گے، دڑکیاں لگائیں گے، اب آپ نے یہی کرنا، رکیں گے تم چوک کے تھلے نہیں بند کرنا جب تک میرے کرنا ہی کرنا ہون دنوں نہیں بند کرنا نا مائک نہیں، ہون میں میوٹ لاواں گا جب تک میرے سوال کا جواب نہیں آتا کوئی ادھر ادھر کی بات نہیں۔ اب ہون میوٹ بھی اب لاواں آپ گا، پہلے میرے سوال کا جواب دیں گے۔ زیادہ چڑھ کرو گے تو نیچے بھی پھینکوں گا، 2 منٹ رک جاؤ۔ اندر ہاتھ بندوق آئی ہوئی ہے، جہاں مرضی پھینکے، میں نے آپ کی براڈ ہے، آپ اتار دیں نیچے، یہی تو کرنا ہے آپ نے۔ جب جواب نہیں آئے گا تو آپ یہی کریں گے۔ اب آپ مجھے میرے سوال کا جواب، جی میں ویلنے اندر گنا اس کو جانے نہیں دینا۔ نبی مسیح بن بیٹھا ہے، اللہ لگا انا، خاتم النبیین ثابت کر رہے ہیں، آپ نبی ختم ہو رہے ہیں، یہ ثابت کر رہے ہیں بھائی جان، سمجھیں، چار ہو رہے سمجھیں آپ، چار سارے بول پو نہیں سارے نہیں بول پو، سارے بول پو، بات کرنے دیں بھائی صاحب، جناب سنتے کیوں نہیں ہیں؟ تریجے کولو بھی نہیں بنی، اور چوتھا کنے جواب دینا مرضیو کہ تم النبیین ثابت کرے، میں کدھر لکھا ہے آنے کیلے نہیں بیچنے والا مسیح گالیاں دے گا، مدینہ دے کیلے نہیں بیچنے تھے، نہیں کر سکتے۔ محفل میں بیٹھ کے بولنے کے بالکل، اس میں تو ہم گالیوں میں مرزا صاحب کا نہیں مقابلہ کر سکتے، یہ ٹھیک بات سارے اس طرح بول سکتے دے دیو یارو، مجھے صرف یہ بتا دیں کہ میرے سوال کا جواب کس نے دینا ہے؟ بیلنے چگنا نبی مسیح بن بیٹھا ہے، اللہ لنگڑا انا، اب مجھے میرے سوال کا جواب دیں۔ بیلنے چگنا، ہاں بیلنے چ گنا، نبی مسیح بن بیٹھا ہے، اللہ لنگڑا انا، جواب دے اب میرے سوال کا جواب نبیین، رک جاؤ، میرے سوال کا جواب کس نے دینا ہے؟ خاتم النبیین۔ رک جاؤ سارے، رک جاؤ، نبوت کہاں ختم ہوئی؟ کس نے ثابت کرنا ہے کہ آنے والا مسیح گالیاں دے گا مخالفوں کو؟ رک جاؤ، بیلنے چگنا، گنا میں نبی مسیح بن بیٹھا ہے، اللہ لنگڑا انا، اوے رک جاؤ یار، بس ہم گستاخیاں بند کر، دوبارہ نویں سے میں آ گیا واپس۔ اچھا
ضیاء رسول صاحب، مکرم محترم ضیاء رسول صاحب، آپ نے قرآن پاک سے، میں نے دو چیزیں آپ کو، ایک چیز بتائی تھی دوسری بھی ایڈ کرتا، آپ کو باز نہیں آ رہا نا. آپ نے مجھے قرآن پاک سے یہ شریعت بھی آخری بتانی ہے، قرآن پاک اللہ کی آخری شریعت ہے، اور نبی بھی آخری بتانا ہے. یہ دو اچھا سوال ایک اور آپ کا بڑھ گیا ہے پہلے، اب آپ میرے سوال کا اذان ہو رہی ہے. ہاں جی، اذان اذان ہونے دو. اچھا، قرآن پاک سے آپ نے ثابت کرنا ہے کہ یہ قرآن پاک اللہ کی آخری شریعت ہے، اس کے بعد قیامت تک کوئی نئی کتاب نہیں آ سکتی. اور قرآن پاک سے آپ نے آخری نبی ثابت کرنا ہے، جو قیامت تک کوئی نبی نہیں آ سکتا. یہ قرآن سے فیصلہ کروانا ہے. اگر آپ قرآن سے فیصلہ نہیں کریں گے تو وہ جو اللہ نے فرمایا ان یتحاکموا الی الطاغوت، وہ پھر آپ کرو گے، کیونکہ اللہ نے بتایا جو شیطان سے فیصلے کرواتے ہیں. میں نے قرآن پاک رکھا ہوا ہے سامنے، اگر قرآن پاک سائڈ سے چلا گیا پھر دوسری کاروائی میں شروع کر دیتا. اس میں قرآن پاک رکھا، بڑے پیار سے بات کر رہا ہوں نا. علم تر الی الذین یزعمون سے آپ نے شروع کی، آپ نے دلیل دی، اس کے اندر سے کوئی ایسی آیت نہیں، لفظ نہیں ملتا جس میں لکھا ہوا ہو کہ نبی پاک صلی اللہ علیہ وسلم پہ شریعت ختم ہو گئی، نبی پاک صلی اللہ علیہ وسلم پہ نبوت ختم ہوگی. وہاں پہ سمپل سے اللہ بات بتا رہا ہے کہ جو تجھ پہ نازل کیے گئے پہ فیصلے نہیں کرتے. ہم اس قرآن کو سامنے رکھ کے فیصلہ ہاں کرواتے جی ہیں. علی اکبر صاحب، کافی بات آپ نے کر لی ہے. جی 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 میں آپ سے دوبارہ پھر یہ ریکویسٹ کر رہا ہوں، آپ نے ایک سوال کیا، میں نے اس کا 5 بار آپ کو جواب دیا ہے، جی ٹھیک ہے؟ اور اب آپ ایک نیا سوال بیچ میں ایڈ کر رہے ہیں. نئے کا تو سوال ہی پیدا نہیں ہوتا. اب جب تک اس پہلے سوال پہ بھی مزید گفتگو تب ہوگی جب آپ میرے سوال کا لو جی. طاہر صاحب کج بیسی ہو رہی سی، فضول جو ہو رہی سی، جواب تو سن لیتا ہے. ختم نبوت مجاہد جواب نہیں دے سکے تھے، انہیں قرآن چوں نہ نبوت صاحب آخری ثابت کی تھی، نہ کچھ. میرا دماغ کھپ گیا سی. ٹھیک ہے، یہ فضول بحث کرے، بڑا خبیث جہا بندہ ہے. ہاں جی، یہ میر صاحب نے ہوئی ہے، انہوں لانا نہیں چاہیے. لڑن ہوتا فضول بحث ہے، ٹائم ضائع کر رہے سی عوام دا بہ کے تھے. کوئی مفکر یہ بہت خبیث ہے. میں سنیا پہلے گل سنو، جدو ایک بندہ گل کر رہا ہوگا نا، انہوں گل کرن دیا کرو یار. مطلب نا وہ ہن پکڑیا ہویا سیگا تے دوجی او جدو تسی سارے بولدے ہو نا، پھر وہ گل دی وہ بکواس شروع کر دیندا ہے. جویں ہن میں انہاں نوں گل یہ کر رہا سیگا کہ نازل ہوئے دے اوتے ہی اسی فیصلہ کرنا ہے نا، جویں علی اکبر صاحب نوں کہہ رہے سن. ہاں جی، تے حضرت جڑی توڑا سیگی حضرت موسیٰ دے اوتے نازل ہوئی سی، انبیاء او دے مطابق فیصلہ کردے سن. ہاں تے جی، اے کیویں ہو سکتا ہے کہ جڑی شے حضرت محمد صلی اللہ علیہ وآلہ وسلم دے اوتے نازل ہوئی ہے او دے مطابق کوئی نبی اگے آ کے فیصلہ نہیں کر سکتا. یہ سب ہاں وکا دے ہو، یہی وکھانا ہے. یہی بھی، ہاں یہی تو سوال کر رہے یہ تھے. فیصلہ کر رہے ہیں نا. ایک اور بھائی بات بھائی یاد رکھیں، یہ اذان کا کہہ کے گیا تھا اور 32 سیکنڈ کے بعد یہ واپس آ گیا. ہاں جی، 32 سیکنڈ میں کیڑی اذان ختم ہو گئی ہیں؟ اکبر صاحب آپ نے جانے دیا، غلط کیا نہیں جانے یار دینا. کھا کے گیا تھا اصل میں فضول. اس کو پتہ علم اس کے پاس ہے کوئی نہیں، پتہ کچھ نہیں. وہ چوہے مجھے بیچنے پتا آ ہے، جاتے لیکن ہیں. یہ اس طرح ایکسپوز ہوگا. وہ دیکھا نہیں ریڑی میں جس طرح کھڑے ہو کے ریڑی بان واضح لگاتے، کیلے لے لو کیلے لے لو، ایسے بات کرتا ہے. کو اصل میں سمجھ نہیں آتی کہ یار تم علمی مناظرہ کرنے کے لیے آئے ہو یا ریڑی پہ کیلے بیچنے کے لیے آئے وہ ہو؟ تے قیمہ پائی جا رہا، آلو پائی جا رہا، ہرے پیاز پائی جا رہا. ویچو بندہ پوچھے ہوئے تو اسلام دی گل کر رہے ہیں کہ آلو قیمہ بیچن آیا اتنے. سراسر قرآن دی گستاخی کر رہا سی. اے آیت بندی نہیں ہے کسی طرح جتھے فٹ کر رہا سی. ہاں وہ دلیل پیش کیتی، وہ دلیل دے وچ کتنے کوئی گل نہیں لکھی ہوئی. گل نالے اس ٹائم گل ہو رہی ہے، اللہ تعالیٰ اپنے رسول نو دس رہے نے کہ تیرے آسے پاسے جڑے لوکی کئی پھردے نے نا، ہاں جی، ٹھیک ہے، وہ اس طرح دے نے. ٹھیک ہے، تو اگلی آیت چ انہاں دا ذکر بھی ہو گیا کہ وہ منافق نے. ہاں جی، تے ایویں وہ فٹ کرن لگا ہوا فضول ہی آیا سی بڑا چوڑا. میرے نال ڈیبیٹ. جی اگر سب دوست اگر اجازت دیں تو میں ایک سوال کر سکتا ہوں. میں نے اپنا مائک بالکل نہیں کھولا، اگر آپ سب دوست اجازت دیں. جی پیارے بھائی کریں، پیارے بھائی کریں. جی میں ختم نبوت سے ہوں، ٹھیک ہے. تو میرا ایک سوال ہے. جی 1 سیکنڈ پلیز، سوری. جی جی اللہ خیر ہی کرے. بھی کوئی مجاہد ہی لگ رہا ہے چھٹا اکبر بھائی اس سے پوچھنے پہلے یہ ختم نبوت سے ہوں کیا مطلب ہوا؟ یہ سمجھاؤ کہ کیا مطلب ہے. یہ پہلی دفعہ نام سنا ہے کہ ختم نبوت سے بھی ہوتا ہے بندہ کوئی. ان کے بولنے کے انداز سے لگ رہا ہے کہ وہ صاحب جو ہیں وہ کہ یورپ کنٹری وغیرہ میں اردو صحیح نہیں ہے، کچھ کہنا چاہ رہے ہیں. سن لیتے ہیں بات کو. وہ تہذیب سے بات کی تو